ਐਡਾ ਇੱਕ ਕੌਮ ਨੂੰ ਪ੍ਰਭੂ ਨੇ ਐਡਾ ਵੱਡਾ ਰਾਜ ਦਿੱਤਾ ਸੀ ਔਰ ਜੋ ਪ੍ਰਭੂ ਨੇ ਪ੍ਰੋਮਿਸ ਕੀਤਾ ਸੀ ਉਸਨੇ ਉਹ ਸਾਰਾ ਕੁਝ ਦਿੱਤਾ। ਪ੍ਰਭੂ ਦੇ ਵਾਅਦੇ ਕੱਚੇ ਨੇ, ਪ੍ਰਭੂ ਦੇ ਵਾਅਦੇ ਉਹ ਆਪਣੇ ਵਾਅਦੇ ਹਮੇਸ਼ਾ ਪੂਰੇ ਕਰ। ਸਾਡੇ ਨਾਲ ਉਸਨੇ ਵਾਅਦੇ ਜਿਹੜੇ ਕੀਤੇ ਆ ਉਹ ਇਸ ਕਰਕੇ ਪੂਰੇ ਹੋਣਗੇ ਕਿਉਂਕਿ ਇਜ਼ਰਾਈਲ ਦੇ ਨਾਲ ਕੀਤੇ ਵਾਅਦੇ ਪੂਰੇ ਹੋਏ। ਇਜ਼ਰਾਈਲ ਇੱਕ ਉਦਾਹਰਨ, ਇਜ਼ਰਾਈਲ ਜੋ ਕਿ ਪਹਿਲਾਂ ਇੱਕੋ ਹੀ ਸਾਰਾ ਰਾਜ ਹੁੰਦਾ ਸੀ 12 ਕਬੀਲਿਆਂ ਦਾ, ਇਹ ਇੱਕ ਉਦਾਹਰਨ ਸਾਨੂੰ ਦਿੱਤੀ ਗਈ ਕਿ ਦੇਖੋ ਇਸ ਧਰਤੀ ਤੇ ਮੈਂ ਇਹਨਾਂ ਦੇ ਨਾਲ ਕਿੱਦਾਂ ਬਣਿਆ ਔਰ ਇਸੇ ਤਰ੍ਹਾਂ ਮੈਂ ਤੁਹਾਡੇ ਨਾਲ ਜੋ ਯਿਸੂ ਮਸੀਹ ਨੇ ਵਾਅਦੇ ਕੀਤੇ ਉਹ ਉਸੇ ਤਰ੍ਹਾਂ ਪੂਰੇ ਹੋਣਗੇ। ਇਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਹਾਂ ਕਿ ਪ੍ਰਭੂ ਨੇ ਜਿਸ ਤਰ੍ਹਾਂ ਅਬਰਾਹਮ ਨੂੰ ਕਿਹਾ ਸੀ ਉਸੇ ਤਰ੍ਹਾਂ ਸਭ ਕੁਝ ਹੋਇਆ ਕਿ 400 ਸਾਲ ਉਹ ਮਿਸਰ ਦੇ ਗੁਲਾਮ ਰਹੇ। 400 ਸਾਲ ਤੋਂ ਬਾਅਦ ਪ੍ਰਭੂ ਨੇ ਉਹਨਾਂ ਨੂੰ ਆਪਣੀ ਤਾਕਤ ਦਿਖਾਈ, ਉਹਨਾਂ ਨੇ ਜਿਉਂਦੇ ਪ੍ਰਭੂ ਦੀ ਤਾਕਤ ਦੇਖੀ। ਜਿਉਂਦੇ ਪ੍ਰਭੂ ਦਾ ਰਹਿਮ ਉਹਨਾਂ ਦੇ ਨਾਲ ਰਿਹਾ। ਜਿਉਂਦੇ ਪ੍ਰਭੂ ਨੇ ਸਮੁੰਦਰ ਨੂੰ ਖੋਲਿਆ। ਉਹ ਉਹਨਾਂ ਨੂੰ ਉਜਾੜ ਦੇ ਵਿੱਚ ਮੰਨਾ ਦਿੰਦਾ ਰਿਹਾ ਔਰ ਪਾਣੀ ਦਿੰਦਾ ਰਿਹਾ। ਕੱਪੜਾ ਫਟਿਆ ਨਹੀਂ, ਜੁੱਤੀ ਘਸੀ ਨਹੀਂ। ਕੱਪੜਾ ਫਟਿਆ ਨਹੀਂ, ਜੁੱਤੀ ਘਸੀ ਨਹੀਂ। ਕੌਣ ਇਹ ਕਰਦਾ ਪਿਆ ਸੀ ਰਾਤ ਨੂੰ, ਰਾਤ ਦੀ ਨੀਂਦ ਦੇ ਵਿੱਚ ਉਹਨਾਂ ਦੇ ਲਈ? ਸੋਚ ਕੇ ਦੇਖੋ, ਸੋਚ ਕੇ ਦੇਖੋ ਇਸ ਚੀਜ਼ ਨੂੰ। ਉਹ ਪ੍ਰਭੂ ਜਿਹੜਾ ਉਹਨਾਂ ਦੀ ਹਰ ਰੋਜ਼ ਦੀ ਨੀਡ ਉਹਨਾਂ ਨੂੰ ਦਿੰਦਾ ਸੀ। ਕੌਣ ਆ ਅਸੀਂ? ਕੌਣ ਆ ਮੈਂ? ਅਸੀਂ ਆਕਾਸ਼ ਦੇ ਵਿੱਚ ਹਬਲ ਟੈਲੀਸਕੋਪ ਘੱਲੀ ਆ। ਉਹਦੀ ਇਹਨਾਂ ਦੀ ਸੋਚ ਸੀਗੀ 3 ਸਾਲ ਇਹ ਚੱਲੂਗੀ। 3 ਸਾਲ ਦਾ ਫਿਊਲ ਇਹਦੇ ਵਿੱਚ ਆ, ਮੈਕੈਨਿਜ਼ਮ 3 ਸਾਲ ਚੱਲਣਾ। ਲੇਕਿਨ ਮੇਰਾ ਖਿਆਲ ਅੱਜ 12 ਸਾਲ ਹੋ ਗਏ, ਉਹ ਅੱਜ ਵੀ ਅੱਗੇ ਤੁਰੀ ਜਾ ਰਹੀ ਹੈ ਔਰ ਪਿਕਚਰਾਂ ਘੱਲੀ ਜਾ ਰਹੀ ਹੈ। ਇੱਕ ਪੁਆਇੰਟ ਤੇ ਜਾ ਕੇ ਜਿੱਥੇ ਇਹਨਾਂ ਨੇ ਰੱਖਿਆ ਸੀਗਾ ਕਿ ਜਿਸ ਵੇਲੇ ਇਹ ਸਾਡੀ ਗੈਲੈਕਸੀ ਚੋਂ ਬਾਹਰ ਨਿਕਲੂਗੀ ਤੇ ਉਸ ਵੇਲੇ ਇਹਦਾ ਰੁੱਖ ਮੋੜਿਆ ਜਾਏਗਾ ਕਿ ਅਸੀਂ ਦੇਖ ਸਕੀਏ ਕਿ ਸਾਡੀ ਧਰਤੀ ਕੀ ਹੈ। ਇਹਨਾਂ ਨੂੰ ਲੱਭਣਾ ਮੁਸ਼ਕਲ ਹੋ ਗਈ ਸੀ ਧਰਤੀ ਹੈ ਕਿੱਥੇ। ਔਰ ਅੰਤ ਦੇ ਵਿੱਚ ਸਾਰਾ ਹਿਸਾਬ ਕਿਤਾਬ ਲਾ ਕੇ ਸਭ ਕੁਝ ਕਰਕੇ ਇਹਨਾਂ ਨੂੰ ਪਤਾ ਲੱਗਾ ਕਿ ਉਹ ਜਿਹੜਾ ਇੱਕ ਨਿੱਕਾ ਜਿਹਾ ਪੀਲਾ ਡਾਟ ਆ ਨਾ, ਨਿੱਕਾ ਜਿਹਾ ਪੀਲਾ ਡਾਟ, ਇਹ ਧਰਤੀ। ਔਰ ਹਰ ਇੱਕ ਗੈਲੈਕਸੀ ਦੇ ਵਿੱਚ ਇੱਕ ਸੂਰਜ ਹੁੰਦਾ, ਉਹਦੇ ਆਲੇ ਦੁਆਲੇ ਧਰਤੀਆਂ ਘੁੰਮਦੀਆਂ ਹੁੰਦੀਆਂ। ਰਾਤ ਨੂੰ ਜਿੰਨੇ ਅਸੀਂ ਤਾਰੇ ਦੇਖਦੇ ਹਾਂ ਸਾਰੇ ਸੂਰਜ ਹੈ ਔਰ ਉਹਨਾਂ ਦੇ ਆਲੇ ਦੁਆਲੇ ਧਰਤੀਆਂ ਘੁੰਮਦੀਆਂ। ਉਹਨਾਂ ਸਾਰਿਆਂ ਨੂੰ ਪ੍ਰਭੂ ਐਨ ਟਾਈਮ ਸਿਰ ਘੁਮਾ ਰਿਹਾ। ਕਿ ਉੱਥੇ ਵੀ ਇਦਾਂ ਦੀਆਂ ਧਰਤੀਆਂ, ਵੀ ਡੋਂਟ ਨੋ, ਮਾਈਟ ਬੀ। ਉਹ ਮਾਲਕ ਆ, ਜੋ ਚਾਹੇ ਕਰ ਸਕਦਾ। ਕਿ ਉੱਥੇ ਵੀ ਲਾਈਫ ਹੈਗੀ ਆ ਜਾਂ ਉਹ ਮਾਲਕ, ਉਸਦੀ ਮਰਜ਼ੀ ਹੈ। ਪਰ ਦੇਖੋ ਇਸ ਧਰਤੀ ਨੂੰ ਅਗਰ ਦੇਖੀਏ ਤਾਂ ਉਹ ਪੀਲਾ ਡਾਟ ਆ, ਨਿੱਕਾ ਜਿਹਾ ਡਾਟ। ਔਰ ਇਸ ਧਰਤੀ ਤੇ ਮੈਂ ਇੱਕ ਨਿੱਕਾ ਜਿਹਾ ਡਾਟ। ਤੇ ਉਹ ਮੇਰੀ ਜੁੱਤੀ ਨੂੰ ਘਸਣ ਨਹੀਂ ਦਿੰਦਾ ਪਿਆ, ਮੇਰੇ ਕੱਪੜੇ ਨੂੰ ਫਟਣ ਨਹੀਂ ਦਿੰਦਾ। ਮੈਂ ਉਸ ਪ੍ਰਭੂ ਦੀ ਗੱਲ ਕਰਦਾ। ਪ੍ਰਭੂ ਨੇ ਇਹਨਾਂ ਨੂੰ ਰਾਜ ਦਿੱਤਾ,
दाऊद दे समय अगर असी राज देखिए तो किस तरह फैलिया सी इन्हां दा राज। और लेट मी अपलोड तो किया सीगा। सो अगर असी उस समय दे विच देखिए तो आ मुआब आ सारे जिहड़े इलाके आ इधरले सारे इलाके आ इजिप्ट तक इन्हां दा जाके राज लगदा सी। पैट्रा वगैरह ते ईडम दा जिहड़ा सीगा इलाका है सारा और इजिप्ट तक इधरले पास्यों और असीरियन एम्पायर दे बिल्कुल लागे जाके उसले असीरियन एम्पायर छोटी जी सीगी ਉਹਦੇ ਲਾਗੇ ਆ ਦਮਿਸ਼ਕ ਵਗੈਰਾ ਸਾਰਾ ਇਹਨਾਂ ਦੇ ਕੋਲ ਇਲਾਕਾ ਸੀ। ਆ ਸਦੋਨ ਦਾ ਇਲਾਕਾ ਸਾਰਾ ਇਹਨਾਂ ਦੇ ਕੋਲ ਸੀਗਾ। ਆ ਸਾਰੇ ਇਲਾਕੇ ਇਹਨਾਂ ਦੇ ਕੋਲ ਸੀਗੇ ਔਰ ਇਹਨਾਂ ਦੇ ਪਾਪਾਂ ਦੇ ਕਰਕੇ ਸਟੈਪ ਬਾय ਸਟੈਪ ਇਹਨਾਂ ਨੇ ਸਭ ਕੁਝ ਹੋਇਆ। ਔਰ ਫਿਰ ਅਸੀਂ ਕੀ ਦੇਖਦੇ ਪਏ ਆ, ਇੱਕ ਹੋਰ ਚੀਜ਼ ਹੁੰਦੀ ਦੇਖਦੇ ਪਏ ਆ ਕਿ ਇਹਨਾਂ ਨੂੰ ਅਸੀਂ ਇੱਕ ਹੋਰ ਚੀਜ਼ ਇੱਥੇ ਹੁੰਦੀ ਦੇਖਦੇ ਪਏ ਆ ਕਿ ਇਜ਼ਰਾਈਲ ਦੇ ਲੋਕਾਂ ਨੂੰ ਸਮਾਰੀਆ ਤੋਂ ਲੈ ਕੇ ਦਮਿਸ਼ਕ ਤੋਂ ਲੈ ਕੇ ਇਹਨਾਂ ਸਾਰਿਆਂ ਇਲਾਕਿਆਂ ਤੋਂ ਲੈ ਕੇ ਤਾਂ ਉਹਨਾਂ ਨੇ ਦੇਖੋ ਕਿੱਦਾਂ ਕਿਹੜਿਆਂ ਇਲਾਕਿਆਂ ਦੇ ਵਿੱਚ ਜਾ ਕੇ ਵਸਾਇਆ। ਔਰ ਤੁਸੀਂ ਹਮੇਸ਼ਾ ਦੇਖੋਗੇ ਇੱਧਰ ਜਾ ਕੇ ਉਹਨਾਂ ਨੇ ਗੋਜ਼ਮ ਦੇ ਇਲਾਕੇ ਦੇ ਵਿੱਚ ਉਹਨਾਂ ਨੂੰ ਵਸਾਇਆ, ਇਧਰਲੇ ਪਾਸੇ ਜਾ ਕੇ ਉਹਨਾਂ ਨੇ ਨਿਨਵਾ ਦੇ ਇਲਾਕੇ ਦੇ ਵਿੱਚ ਵਸਾਇਆ ਔਰ ਫਿਰ ਅਸ਼ੂਰ ਦੇ ਲਾਗੇ ਵਸਾਇਆ। ਦਰਿਆਵਾਂ ਦੇ ਲਾਗੇ ਵਸਾਉਂਦੇ ਪਏ। ਕਿਉਂ ਦਰਿਆਵਾਂ ਦੇ ਲਾਗੇ ਵਸਾਉਂਦੇ ਪਏ? ਬਗਾਰ, ਖੇਤੀਬਾੜੀ, ਏਦਾਂ ਦੇ ਕੰਮ ਕਰ ਰਹੇ। ਜਿਸ ਲਈ ਉਹ ਕਹਿੰਦਾ ਪਿਆ ਸੀ ਨਾ ਕਿ ਜਿਸ ਵੇਲੇ ਤੂੰ ਕਰੇਗਾ ਤੁਹਾਨੂੰ ਉਦਾਂ ਦੀ ਜ਼ਮੀਨ ਦਵਾਂਗੇ ਜਿੱਥੇ ਅੰਗੂਰ ਹੁੰਦੇ ਆ, ਜਿੱਥੇ ਕਣਕ ਹੁੰਦੀ ਆ, ਜਿੱਥੇ ਸਾਰੀਆਂ ਚੀਜ਼ਾਂ ਹੁੰਦੀਆਂ, ਤੁਸੀਂ ਢਿੱਡ ਭਰ ਕੇ ਖਾਓਗੇ। ਕਹਿਣ ਦਾ ਕੀ ਮਤਲਬ ਕਿ ਤੁਹਾਨੂੰ ਅਸੀਂ ਦਰਿਆ ਦੇ ਲਾਗੇ ਵਸਾਵਾਂਗੇ ਜਿੱਥੇ ਤੁਸੀਂ ਖੇਤੀ ਕਰੋਗੇ, ਤੁਹਾਨੂੰ ਖਾਣ ਪੀਣ ਨੂੰ ਦਵਾਂਗੇ ਤਾਂ ਜਿਹੜੀ ਅਸਲ ਦੇ ਵਿੱਚ ਜਿਹੜੀ ਬਾਕੀ ਦੀ ਫਸਲ ਹੋਊਗੀ ਉਹ ਸਾਡੀ ਹੋਊਗੀ। ਤੁਸੀਂ ਖਾ ਪੀ ਸਕੋਗੇ, ਤੁਸੀਂ ਜਿੰਨਾ ਖਾਣਾ ਪੀਣਾ ਆਪਣੇ ਲਈ ਉਹ ਤੁਸੀਂ ਖਾ ਪੀ ਸਕੋਗੇ, ਲੇਕਿਨ ਉਸ ਤੋਂ ਜ਼ਿਆਦਾ ਨਹੀਂ। ਇਹ ਕਹਿਣ ਦਾ ਤਰੀਕੇ ਦੇ ਨਾਲ ਇਹ ਜਿਹੜੀ ਵਿੱਚੋਂ ਜਿਹੜੀ ਗੱਲ ਨਿਕਲਦੀ ਪਈ ਉਹ ਇਹ ਨਿਕਲਦੀ ਪਈ। ਸੋ ਉਹ ਇਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਉਹਨਾਂ ਨੇ ਵਸਾ ਦਿੱਤੇ। ਹੁਣ ਅਸੀਂ ਉਹਨਾਂ ਦਾ ਅਸ਼ੂਰ ਦਾ ਜਿਹੜਾ ਹੁਣ ਧਿਆਨ ਆ ਉਹ ਇਸ ਵੇਲੇ ਪਿਆ ਹੈਗਾ ਆ ਇਜ਼ਰਾਈਲ ਦੇ ਯਹੂਦਾ ਦੇ ਉੱਤੇ। ਔਰ ਜਿਸ ਲਈ ਉਹਦਾ ਧਿਆਨ ਇਸ ਵੇਲੇ ਯਹੂਦਾ ਦੇ ਉੱਤੇ ਲੱਗਾ ਆ ਤੇ ਅਸੀਂ ਇਹ ਦੇਖਦੇ ਪਏ ਆ ਸੋ ਆ ਜਿਹੜਾ ਸਾਰਾ ਹਰਾ ਇਲਾਕਾ ਅਸੀਂ ਦੇਖਦੇ ਪਏ ਆ ਨਾ, ਇਹ ਸਾਰੇ ਇਲਾਕੇ ਦੇ ਉੱਤੇ ਇਸ ਵੇਲੇ ਉਹਨਾਂ ਦਾ ਰਾਜ ਆ। ਈਵਨ ਜਿਹੜਾ ਇਜਿਪਟ ਦਾ ਬਾਦਸ਼ਾਹ ਆ ਉਹ ਵੀ ਸਾਲ ਬਾਅਦ ਉਹਨਾਂ ਨੂੰ ਟੈਕਸ ਦਿੰਦਾ ਪਿਆ, ਸਾਲ ਬਾਅਦ ਟੈਕਸ ਦਿੰਦਾ ਪਿਆ। ਔਰ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਦਾ ਪਿਆ ਸੀ ਨਾ ਕਿ ਜਿਸ ਵੇਲੇ ਸੁਲੇਮਾਨ ਨੇ ਇਜਿਪਟ ਦੀ ਰਾਜੇ ਦੀ ਕੁੜੀ ਦੇ ਨਾਲ ਵਿਆਹ ਕੀਤਾ ਸੀਗਾ ਤੇ ਉਹਨੇ ਉਸ ਨੂੰ ਆ ਸਾਰਾ ਇਲਾਕਾ ਦੇ ਦਿੱਤਾ ਸੀ ਦਰਿਆ ਦੇ ਕੰਢੇ ਤੱਕ, ਤਾਂ ਕਿ ਉਹ ਇੱਥੇ ਬਿਜ਼ਨਸ ਕਰ ਸਕੇ। ਸੋ ਇਹ ਮੈਂ ਮਾੜਾ ਜਿਹਾ ਤੁਹਾਨੂੰ ਦੱਸਣਾ ਮੰਗਦਾ ਸੀ। ਐਨੀਹਾਓ ਸੋ ਲੈਟਸ ਸੀ ਹੇਅਰ ਆ ਸਾਰਾ ਇਲਾਕਾ ਇਹਨਾਂ ਕੋਲ ਸੀਗਾ। ਲੇਕਿਨ ਹੁਣ ਤੁਸੀਂ ਦੇਖੋ ਕਿ ਉਹਨਾਂ ਨੇ ਇਧਰਲੇ ਪਾਸਿਓਂ ਅਸੀਂ ਅਗਰ ਅੱਜ ਦਾ ਸੀਰੀਆ ਦੇਖ ਲਈਏ, ਅੱਜ ਦਾ ਇਰਾਕ ਦੇਖ ਲਈਏ, ਅੱਜ ਦੇ ਈਰਾਨ ਦੇ ਬਹੁਤ ਸਾਰੇ ਇਲਾਕੇ ਦੇਖ ਲਈਏ, ਅੱਜ ਦਾ ਜੋਰਡਨ ਦੇਖ ਲਈਏ, ਅੱਜ ਦਾ ਇਜ਼ਰਾਈਲ ਤੋਂ ਦਾ ਅੱਧੇ ਤੋਂ ਵੀ ਜ਼ਿਆਦਾ ਹਿੱਸਾ ਦੇਖ ਲਈਏ, ਬੈਰੂਤ ਦਾ ਜਿਹੜਾ ਸਾਰਾ ਇਲਾਕਾ ਉਹਨਾਂ ਦੇ ਇਲਾਕੇ ਸਾਰੇ ਦੇਖ ਲਈਏ,
ਇਹ ਅੱਜ ਦਾ ਇਜਿਪਟ ਦੇਖ ਲਈਏ, ਇਹ ਸਾਰੇ ਦਾ ਸਾਰਾ ਉਹਨਾਂ ਦੇ ਕਬਜ਼ੇ ਦੇ ਵਿੱਚ ਆ, ਔਰ ਇੱਕੋ ਹੀ ਨੇਸ਼ਨ ਬਚੀ ਹੋਆ, ਔਰ ਉਹ ਹੈ ਯਹੂਦਾ, ਆ ਜਿਹੜੀ ਪੀਲੇ ਰੰਗ ਦੀ, ਆ ਪੀਲੇ ਰੰਗ ਦੀ, ਔਰ ਇਸ ਦੇ 4 ਚਫੇਰੇ ਫੌਜਾਂ ਲੱਗੀਆਂ, ਇਸ ਦੇ 4 ਚਫੇਰੇ ਉਹਨਾਂ ਨੇ ਫੌਜਾਂ ਲਾਈਆਂ। ਔਰ ਇਸ ਵੇਲੇ ਉਹ ਇਹਨਾਂ ਨੂੰ ਕਹਿ ਰਿਹਾ, ਇੱਕੋ ਚੀਜ਼ ਕਹਿ ਰਿਹਾ ਕਿ ਕੀ ਆਫ ਕੋਰਸ ਜੇ ਇਹਨਾਂ ਰਾਜਿਆਂ ਨੂੰ ਨਹੀਂ ਬਚਾ ਸਕਿਆ, ਉਹਨਾਂ ਦੇ ਪਰਮੇਸ਼ਰ ਨਹੀਂ ਬਚਾ ਸਕੇ, ਉਹਨਾਂ ਦੇ ਪਰਮੇਸ਼ਰ ਕਹਿੰਦਾ ਅਸੀਂ ਉਹਨਾਂ ਨੂੰ ਅੱਗ ਲਾਤੀ ਤਾਂ ਉਹਨਾਂ ਨੂੰ ਨਹੀਂ ਬਚਾ ਸਕੇ, ਉਹ ਸਾਰੇ ਸਾਡੇ ਅੱਜ ਸਾਰੇ ਉਹ ਲੋਕ ਜਿਹੜੇ ਸਾਡੇ ਸਾਰੇ ਗੁਲਾਮ ਆ, ਉਹ ਰਾਜੇ ਅਸੀਂ ਸਾਰੇ ਜਿਹੜੇ ਮਾਰ ਦਿੱਤੇ ਆ, ਤੂੰ ਕਿੱਦਾਂ ਵਿਸ਼ਵਾਸ ਕਰਦਾ ਕਿ ਤੂੰ ਬਚ ਜਾਏਗਾ। ਔਰ ਦੂਸਰੀ ਚੀਜ਼ ਜਿਹੜੀ ਉਹਨਾਂ ਨੂੰ ਪਤਾ ਆ ਕਿ ਇਹਨਾਂ ਦੇ ਪਰਮੇਸ਼ਰ ਨੇ ਸਾਨੂੰ ਬਰਕਤ ਦਿੱਤੀ, ਕਹਿੰਦਾ ਤੁਹਾਡਾ ਪਰਮੇਸ਼ਰ ਹੀ ਲੈ ਕੇ ਆਇਆ ਸੀ, ਇਹ ਚੀਜ਼ ਹੈ, ਤੁਹਾਡਾ ਪਰਮੇਸ਼ਰ ਹੀ ਸਾਨੂੰ ਸਜ਼ਾ ਦੇਣ ਦੀ ਲੈ ਕੇ ਆਇਆ। ਔਰ ਇਸ ਵੇਲੇ ਉਹ ਆਪਣੇ ਜਿਹੜੇ ਉਹਨਾਂ ਦੇ ਜਿਹੜੇ ਮੇਨ ਮੋਸਟਲੀ ਜਿਹੜੇ ਮੈਸੇਜ ਲੈ ਕੇ ਮੈਸੇਂਜਰ ਹੁੰਦੇ ਸੀਗੇ, ਔਰ ਉਹਨਾਂ ਨੂੰ ਉਹ ਘੱਲਦੇ ਪਏ। ਸੋ ਦੂਸਰਾ ਮੈਸੇਂਜਰ ਵੀ ਆ ਗਿਆ, ਔਰ ਉਹਨੇ ਵੀ ਆ ਕੇ ਆਪਣਾ ਮੈਸੇਜ ਇਹਨਾਂ ਨੂੰ ਦੇ ਦਿੱਤਾ। ਆਓ ਅਸੀਂ ਥੋੜਾ ਜਿਹਾ ਪਿੱਛੇ ਨੂੰ ਚੱਲਦੇ ਹਾਂ। उन्नीवां भाव उसकी 14 आयत तो लैके असी 19 तक की देखेंगे, जिसमें राजा हिजकिय्याह ने संदेश वाहकां तो अशूर दे राजा दा वो पत्र लिया अते पढ़िया। फिर उसने वो पत्र मंदिर विच ले जाके प्रभु के सामने रख दिता। तद उसने प्रार्थना की, हे प्रभु, इजराइल दे परमेश्वर तू करूबियां उत्ते विराजमान है, तू ही केवल धरती दे सब राजां उत्ते राज करदा है, तू धरती अते आकाश रचे हैं। प्रभु तू आप ध्यान दे ते सुन कि सनहेरीब दा किस तरह दे वचन जिंदे परमेश्वर दे विरुद्ध कह रहा है। उसने तेरा अपमान किया है। ਅਸੀਂ ਜਾਣਦੇ ਹਾਂ ਕਿ ਸ਼ੂਰੀ ਰਾਜਾ ਨੇ ਬਹੁਤ ਸਾਰੀਆਂ ਕੌਮਾਂ ਨੂੰ ਤਬਾਹ ਕਰਕੇ ਉਹਨਾਂ ਦੀ ਧਰਤੀ ਵੀਰਾਨ ਕਰ ਦਿੱਤੀ ਹੈ। ਉਸਨੇ ਉਹਨਾਂ ਕੌਮਾਂ ਦੇ ਦੇਵਤਿਆਂ ਨੂੰ ਅੱਗ ਨਾਲ ਭਸਮ ਕਰ ਦਿੱਤਾ ਹੈ, ਪਰ ਉਹ ਦੇਵਤੇ ਅਸਲ ਦੇਵਤੇ ਨਹੀਂ ਸਨ, ਕੇਵਲ ਮਨੁੱਖੀ ਹਥਿਆਰਾਂ ਦੁਆਰਾ ਬਣਾਏ ਗਏ ਲੱਕੜੀ ਤੇ ਪੱਥਰ ਦੇ ਬੁੱਤ ਸਨ। ਸੋ हे ਪ੍ਰਭੂ ਸਾਡੇ ਪਰਮੇਸ਼ਰ, ਤੂੰ ਸਾਡਾ ਬਚਾਅ ਅਸ਼ੂਰੀਆਂ ਤੋਂ ਕਰ, ਤਾਂ ਜੋ ਸੰਸਾਰ ਦੀਆਂ ਸਭ ਕੌਮਾਂ ਦੇ ਲੋਕ ਜਾਣਨ ਕਿ ਤੂੰ ਕੇਵਲ ਪ੍ਰਭੂ ਪਰਮੇਸ਼ਰ ਹੈ। ਆਮੀਨ। ਸੋ ਹੁਣ ਉਸਨੇ ਇਹ ਦੁਆ ਪ੍ਰਭੂ ਦੇ ਅੱਗੇ ਕੀਤੀ ਹੈ। ਹੁਣ ਇੱਥੇ ਆਲਮੋਸਟ ਇਸ ਜਗ੍ਹਾ ਤੇ ਆਲਮੋਸਟ ਯਸਾਇਆ ਨਬੀ ਦੇ 26 ਚੈਪਟਰ ਤੋਂ ਲੈ ਕੇ 36 ਚੈਪਟਰ ਤੱਕ ਆਉਂਦੇ ਆ, ਔਰ ਉਹ ਅਸੀਂ ਪੜਾਂਗੇ ਜਿਸ ਵੇਲੇ ਅਸੀਂ ਜਾਵਾਂਗੇ ਪਹਿਲਾ ਇਤਿਹਾਸ ਔਰ ਦੂਸਰੇ ਇਤਿਹਾਸ ਦੇ ਵਿੱਚ। ਉੱਥੇ ਅਸੀਂ ਪ੍ਰੋਪਰ ਟਾਈਮਿੰਗ ਦੇ ਨਾਲ ਸਾਰੀਆਂ ਚੀਜ਼ਾਂ ਪੜਾਂਗੇ। ਲੇਕਿਨ ਇੱਥੇ ਦੋ ਜ਼ਬੂਰ ਆਉਂਦੇ, ਕਿਉਂਕਿ ਮੰਦਿਰ ਦੇ ਵਿੱਚ ਵਰਸ਼ਿਪ ਹੋ ਰਹੀ ਹੈ ਨਾ, ਤੇ ਦੋ ਜ਼ਬੂਰ ਆਉਂਦੇ ਆ। ਜ਼ਬੂਰ ਭਜਨ 44 ਕੋਈ ਜਣਾ ਕੱਢ ਲੈ, ਔਰ ਕੋਈ ਜਣਾ ਭਜਨ 73 ਕੱਢ ਲੈ। ਔਰ ਪਹਿਲਾਂ ਭਜਨ 44 ਪੜੋ ਔਰ ਫਿਰ ਭਜਨ 73। हे परमेश्वर 866 ਪੰਨੇ ਤੇ। हे परमेश्वर, ਅਸੀਂ ਆਪਣੇ ਕੰਨਾਂ ਨਾਲ ਸੁਣਿਆ ਹੈ ਕਿ ਤੂੰ ਪ੍ਰਾਚੀਨ ਕਾਲ ਵਿੱਚ ਕਿੱਡੇ ਵੱਡੇ ਕੰਮ, ਕਿੱਡੇ ਮਹਾਨ ਕੰਮ ਕੀਤੇ ਹਨ। ਸਾਡੇ ਪੁਰਖਿਆਂ ਨੇ ਆਪ ਸਾਨੂੰ ਇਹ ਦੱਸਿਆ ਹੈ ਕਿ ਤੂੰ ਉਹਨਾਂ ਦੇ ਸਮੇਂ ਵਿੱਚ ਕੀ ਕੁਝ ਕੀਤਾ ਸੀ। ਤੂੰ ਆਪਣੇ ਹੱਥ ਨਾਲ ਪਰਾਈਆਂ ਕੌਮਾਂ ਨੂੰ ਅਖਾੜ ਦਿੱਤਾ, ਪਰ ਸਾਡੇ ਪੁਰਖਿਆਂ ਨੂੰ ਸਥਾਪਿਤ ਕੀਤਾ। ਸਾਡੇ ਪੁਰਖਿਆਂ ਨੇ ਨਾ ਆਪਣੀ ਤਲਵਾਰ ਦੇ ਜ਼ੋਰ ਨਾਲ ਧਰਤੀ ਦੇ ਅਧਿਕਾਰ ਕੀਤਾ, ਨਾ ਹੀ ਆਪਣੇ ਬਾਲ ਨਾਲ ਜਿੱਤ ਪ੍ਰਾਪਤ ਕੀਤੀ, ਸਗੋਂ ਤੇਰੇ ਸੱਜੇ ਹੱਥ ਦੇ ਜ਼ੋਰ, ਤੇਰੀ ਸ਼ਕਤੀ ਅਤੇ ਤੇਰੇ ਤੇਜ ਨਾਲ ਸਭ ਕੁਝ ਉਹਨਾਂ ਕੀਤਾ। ਉਸ ਸਮੇਂ ਤੂੰ ਉਹਨਾਂ ਤੋਂ ਖੁਸ਼ ਸੀ। हे ਮੇਰੇ ਪਰਮੇਸ਼ਰ, ਤੂੰ ਮੇਰਾ ਰਾਜਾ ਹੈ।
ਤੂੰ ਆਪਣੇ ਲੋਕਾਂ ਨੂੰ ਜੇਤੂ ਬਣਾ। ਅਸੀਂ ਤੇਰੇ ਬਲ ਨਾਲ ਆਪਣੇ ਬੈਰੀਆਂ ਨੂੰ ਪਿੱਛੇ ਧਕੇਲ ਦਿੰਦੇ ਹਾਂ ਅਤੇ ਤੇਰੇ ਨਾਂ ਨਾਲ ਉਹਨਾਂ ਨੂੰ ਕੁਚਲ ਦਿੰਦੇ ਹਾਂ। ਮੈਨੂੰ ਆਪਣੇ ਤੀਰ ਕਮਾਨ ਉੱਤੇ ਭਰੋਸਾ ਨਹੀਂ ਅਤੇ ਨਾ ਹੀ ਮੇਰੀ ਤਲਵਾਰ ਮੈਨੂੰ ਬਚਾ ਸਕਦੀ ਹੈ, ਪਰ ਤੂੰ ਸਾਨੂੰ ਸਾਡੇ ਵੈਰੀਆਂ ਤੋਂ ਬਚਾਇਆ ਹੈ ਅਤੇ ਤੂੰ ਸਾਡੇ ਘਿਰਣਾ ਕਰਨ ਵਾਲਿਆਂ ਨੂੰ ਸ਼ਰਮਿੰਦਾ ਕੀਤਾ ਹੈ। ਅਸੀਂ ਪਰਮੇਸ਼ਰ ਤੇ ਹਮੇਸ਼ਾ ਮਾਣ ਕਰਦੇ ਹਾਂ ਤੇ ਸਦਾ ਉਸ ਦੇ ਨਾਂ ਦੀ ਮਹਿਮਾ ਕਰਾਂਗੇ। ਪਰ ਹੁਣ ਤੂੰ ਸਾਨੂੰ ਤਿਆਗ ਦਿੱਤਾ ਹੈ ਅਤੇ ਸਾਨੂੰ ਭੰਡਿਆ ਹੈ। ਤੂੰ ਸਾਡੀ ਫੌਜ ਦੇ ਨਾਲ ਵੀ ਨਹੀਂ ਗਿਆ ਹੈ। ਤੂੰ ਸਾਨੂੰ ਸਾਡੇ ਵੈਰੀਆਂ ਦੇ ਸਾਹਮਣੇ ਪਿੱਠ ਦਿਖਾਉਣ ਲਈ ਮਜਬੂਰ ਕੀਤਾ ਅਤੇ ਸਾਡੇ ਘਿਰਣਾ ਕਰਨ ਵਾਲਿਆਂ ਨੇ ਸਾਨੂੰ ਲੁੱਟ ਲਿਆ ਹੈ। ਤੂੰ ਸਾਨੂੰ ਦੂਜਿਆਂ ਦਾ ਚਾਰਾ ਬਣਨ ਲਈ ਦੇ ਦਿੱਤਾ ਅਤੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਸਾਨੂੰ ਖੰਡਾ ਦਿੱਤਾ। ਤੂੰ ਆਪਣੇ ਲੋਕਾਂ ਨੂੰ ਸਸਤੇ ਭਾਅ ਹੀ ਵੇਚ ਦਿੱਤਾ ਅਤੇ ਉਹਨਾਂ ਦੇ ਮੁੱਲ ਤੇ ਕੋਈ ਲਾਭ ਨਾ ਕਮਾਇਆ। ਤੂੰ ਸਾਡੇ ਵੈਰੀਆਂ ਦੇ ਹੱਥੋਂ ਨਿੰਦਾ ਕਰਵਾਈ ਅਤੇ ਸਾਨੂੰ ਸਾਡੇ ਚਾਰੇ ਪਾਸੇ ਰਹਿਣ ਵਾਲਿਆਂ ਕੋਲੋਂ ਠੱਠੇ ਕਰਵਾਈ। ਤੂੰ ਸਾਨੂੰ ਪਰਾਈਆਂ ਕੌਮਾਂ ਵਿੱਚ ਕਹਾਵਤ ਬਣਾਇਆ ਹੈ ਅਤੇ ਉਹ ਲੋਕ ਸਾਡੇ ਤੇ ਸਿਰ ਹਿਲਾਉਂਦੇ ਹਨ। ਮੈਨੂੰ ਸਾਰਾ ਦਿਨ ਅਪਮਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਰਮ ਦੇ ਨਾਲ ਮੇਰਾ ਮੂੰਹ ਢੱਕਿਆ ਹੋਇਆ ਹੈ, ਕਿਉਂਕਿ ਮੈਨੂੰ ਨਿੰਦਕਾਂ ਤੇ ਅਪਮਾਨ ਕਰਨ ਵਾਲਿਆਂ, ਵੈਰੀਆਂ ਅਤੇ ਬਦਲਾ ਲੈਣ ਵਾਲਿਆਂ ਦੀ ਆਵਾਜ਼ ਸੁਣਨੀ ਪੈਂਦੀ ਹੈ। ਇਹ ਸਭ ਕੁਝ ਸਾਡੇ ਨਾਲ ਬੀਤਿਆ ਹੈ, ਪਰ ਅਸੀਂ ਫਿਰ ਵੀ ਤੈਨੂੰ ਨਾ ਭੁਲਾਇਆ ਅਤੇ ਨਾ ਹੀ ਤੇਰਾ ਨੇਮ ਤੋੜਿਆ ਹੈ। ਸਾਡੇ ਮਨਾਂ ਨੇ ਤੇਰਾ ਵਿਸ਼ਵਾਸਘਾਤ ਨਾ ਕੀਤਾ ਤੇ ਨਾ ਹੀ ਸਾਡੇ ਪੈਰ ਤੇਰੇ ਪਿੱਛੋਂ ਚੱਲਣੋਂ ਰੁਕੇ। ਪਰ ਤੂੰ ਫਿਰ ਵੀ ਸਾਨੂੰ ਜੰਗਲੀ ਜਾਨਵਰਾਂ ਵਿੱਚ ਛੱਡ ਦਿੱਤਾ ਤੇ ਸਾਨੂੰ ਮੌਤ ਦੀ ਛਾਂ ਹੇਠ ਢੱਕ ਦਿੱਤਾ। ਜੇਕਰ ਅਸੀਂ ਆਪਣੇ ਪਰਮੇਸ਼ਰ ਦੇ ਨਾਂ ਨੂੰ ਭੁਲਾਇਆ ਹੁੰਦਾ ਜਾਂ ਪਰਾਇਆ ਦੇਵਤਿਆਂ ਦੇ ਪਿੱਛੇ ਲੱਗ ਤੁਰੇ ਹੁੰਦੇ, ਕੀ ਪਰਮੇਸ਼ਰ ਇਸ ਵਾਰੀ ਜਾਣ ਨਾ ਗਿਆ ਹੁੰਦਾ, ਕਿਉਂਕਿ ਉਹ ਮਨਾਂ ਦੇ ਗੁੱਝੇ ਭੇਦਾਂ ਨੂੰ ਜਾਣਨ ਵਾਲਾ ਹੈ। ਪਰ ਨਹੀਂ, ਅਸੀਂ ਤਾਂ ਤੇਰੇ ਹੀ ਕਾਰਨ ਸਾਰਾ ਦਿਨ ਮੌਤ ਦੇ ਮੂੰਹ ਵਿੱਚ ਰਹਿੰਦੇ ਹਾਂ। ਅਸੀਂ ਕੱਟੀ ਜਾਣ ਵਾਲੀ ਭੇਡ ਦੇ ਵਾਂਗ ਸਮਝੇ ਜਾਂਦੇ ਹਾਂ। ਹੇ ਮਾਲਕ, ਤੂੰ ਜਾਗ, ਤੂੰ ਕਿਉਂ ਸੁੱਤਾ ਪਿਆ ਹੈ? ਤੂੰ ਉੱਠ, ਸਾਨੂੰ ਨਾ ਠੁਕਰਾ। ਤੂੰ ਸਾਡੇ ਤੋਂ ਆਪਣਾ ਮੂੰਹ ਕਿਉਂ ਲੁਕਾ ਰਿਹਾ ਹੈ? ਤੂੰ ਕਿਉਂ ਸਾਡੇ ਦੁੱਖਾਂ ਤੇ ਜ਼ੁਲਮਾਂ ਨੂੰ ਭੁੱਲ ਰਿਹਾ ਹੈ? ਸਾਡੀ ਇੱਜ਼ਤ ਤਾਂ ਮਿੱਟੀ ਵਿੱਚ ਮਿਲ ਚੁੱਕੀ ਹੈ, ਸਾਡੇ ਸਿਰ ਜ਼ਮੀਨ ਤੱਕ ਨੀਵੇਂ ਹੋ ਚੁੱਕੇ ਹਨ। ਹੇ ਪਰਮੇਸ਼ਰ, ਤੂੰ ਸਾਡੀ ਮਦਦ ਲਈ ਆ ਅਤੇ ਸਾਡੇ ਤੇ ਦਇਆ ਕਰ। ਆਮੀਨ। ਸੋ ਹੁਣ ਇਸ ਵੇਲੇ ਮੁਸੀਬਤ ਨੇ ਚਾਰੇ ਪਾਸਿਓਂ ਘੇਰਿਆ ਹੈ। ਇਸ ਵੇਲੇ ਪ੍ਰਭੂ ਨੇ ਥੋੜਾ ਜਿਹਾ ਇਹਨਾਂ ਨੂੰ ਸਾਹ ਦਿੱਤਾ ਆ ਕਿ ਇੱਕ ਰਾਜੇ ਨੂੰ ਖਬਰ ਆ ਗਈ ਸ਼ਮਸ਼ੇਰ ਨੂੰ ਕਿ ਪਿੱਛੇ ਤੇਰੇ ਰਾਜ ਦੇ ਵਿੱਚ ਕੋਈ ਕਬਜ਼ਾ ਕਰਨ ਵਾਲਾ ਆਇਆ। ਸੋ ਉਹਨੂੰ ਪਿੱਛੇ ਦੌੜਨਾ ਪਿਆ ਆਪ। ਸੋ ਉਹਦੇ ਨਾਲ ਥੋੜਾ ਸਮਾਂ ਜਿਹੜਾ ਸੀਗਾ ਉਹ ਰੁਕ ਗਿਆ, ਇਹ ਬਚ ਗਏ। ਜਿਹੜਾ ਉਹਨਾਂ ਨੇ ਚਟਾਈ ਨਹੀਂ ਕੀਤੀ। ਪਰ ਹੁਣ ਉਸ ਸਮੇਂ ਦੇ ਵਿੱਚ ਪ੍ਰਭੂ ਇਹ ਦੇਖਣਾ ਮੰਗਦਾ ਕਿ ਜੇ ਰਾਜੇ ਨੇ ਆਪਣੀਆਂ ਫੌਜਾਂ ਪਿੱਛੇ ਖਿੱਚ ਲਈਆਂ ਆ ਤਾਂ ਇਹ ਕੀ ਕਰਦੇ। ਪਰ ਉਹ ਲਗਾਤਾਰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠੇ। ਲਗਾਤਾਰ ਰਾਜਾ ਪ੍ਰਭੂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਾ। ਉਹ ਆਪਣੇ ਗੁਨਾਹਾਂ ਨੂੰ ਮੰਨਦੇ ਪਏ, ਉਹ ਦੁਆ ਦੇ ਵਿੱਚ ਲੱਗੇ ਹੋ। ਔਰ ਇਹ ਦੁਆਵਾਂ ਆ ਜਿਹੜੇ ਜ਼ਬੂਰ ਆ, ਇਹ ਦੁਆਵਾਂ ਆ, ਇਹ ਸ਼ੁਕਰਗੁਜ਼ਾਰੀਆਂ ਆ ਜਿਹੜੀਆਂ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਦੇ ਹਾਂ। ਸੋ ਅਗਰ ਤੁਸੀਂ ਇਸ ਜ਼ਬੂਰ ਨੂੰ ਦੇਖੋ, ਇਹਨੂੰ ਖੋਲਣ ਦੀ ਕੋਈ ਜ਼ਰੂਰਤ ਨਹੀਂ। ਔਰ ਤੁਹਾਡੇ ਵਿੱਚੋਂ ਜਿਹੜੇ ਪ੍ਰਭੂ ਦੇ ਵਚਨ ਦਾ ਪ੍ਰਚਾਰ ਕਰਦੇ ਆ ਉਹਨਾਂ ਦੇ ਲਈ ਇੱਕ ਬਹੁਤ ਨਾਈਸ ਜ਼ਬੂਰ। ਤੁਸੀਂ ਇਸ ਨੂੰ ਲੈ ਕੇ ਰਾਜਾ ਹੈਜ਼ਕਿਯਾਹ ਦੀ ਜਿਹੜੀ ਹਾਲਤ ਆ ਔਰ ਉਸ ਤੋਂ ਬਾਅਦ ਪ੍ਰਭੂ ਦੇ ਜਵਾਬ ਨੂੰ ਤੁਸੀਂ ਦਿਖਾ ਸਕਦੇ ਹੋ। ਸੋ ਆਓ ਸਾਮ 73 ਸੌਰੀ ਮੈਂ ਪੜ੍ਹਦਾ ਬਸ ਵੀ। ਇਹਨੂੰ ਮਿਲ ਜਾਏ ਜੀ। ਹਾਂਜੀ, ਪਰਮੇਸ਼ਰ ਦਾ ਨਿਆਂ। ਸੱਚਮੁੱਚ ਪਰਮੇਸ਼ਰ ਇਜ਼ਰਾਈਲ ਦੇ ਲਈ ਭਲਾ ਹੈ, ਉਹ ਸ਼ੁੱਧ ਮਨ ਵਾਲਿਆਂ ਦੇ ਲਈ ਭਲਾ ਹੈ। ਮੇਰੇ ਪੈਰ ਉਖੜਨ ਹੀ ਵਾਲੇ ਸਨ ਅਤੇ ਮੈਂ ਤਿਲਕਣ ਹੀ ਵਾਲਾ ਸਾਂ, ਕਿਉਂਕਿ ਮੈਂ ਹੰਕਾਰੀਆਂ ਨਾਲ ਈਰਖਾ ਕਰਨ ਲੱਗਾ ਸਾਂ ਤੇ ਦੁਸ਼ਟਾਂ ਦਾ ਵਾਧਾ ਹੁੰਦਾ ਦੇਖਿਆ। ਦੁਸ਼ਟ ਨੂੰ ਮੌਤ ਸਮੇਂ ਕਿਸੇ ਤਰ੍ਹਾਂ ਦੀਆਂ ਪੀੜਾਂ ਨਹੀਂ ਹੁੰਦੀਆਂ, ਕਿਉਂਕਿ ਉਹ ਤਕੜੇ ਅਤੇ ਸਿਹਤਮੰਦ ਹਨ। ਉਹਨਾਂ ਤੋਂ ਦੂਜੇ ਲੋਕਾਂ ਦੀ ਤਰ੍ਹਾਂ ਦੁੱਖ ਨਹੀਂ ਆਉਂਦਾ ਅਤੇ ਨਾ ਉਹ ਸੰਕਟ ਵਿੱਚ ਪੈਂਦੇ ਹਨ। ਇਹ ਹੰਕਾਰ ਉਹਨਾਂ ਦੇ ਗਲ ਦਾ ਹਾਰ ਬਣਿਆ ਤੇ ਹਿੰਸਾ ਉਹਨਾਂ ਦਾ ਪਹਿਨਣ ਵਾਲਾ ਕੱਪੜਾ। ਉਹਨਾਂ ਦੀਆਂ ਅੱਖਾਂ ਤੇ ਚਰਬੀ ਚੜ ਗਈ ਤੇ ਉਹਨਾਂ ਦੇ ਦਿਲ ਬੁਰਾਈ ਨਾਲ ਉੱਤੋਂ ਭਰ ਗਏ।
ਉਹ ਦੂਜਿਆਂ ਲਈ ਹਰ ਸਮੇਂ ਠੱਠੇ ਅਤੇ ਬੁਰੇ ਸ਼ਬਦ ਬੋਲਦੇ ਤੇ ਅਤਿਆਚਾਰ ਕਰਨ ਵਿੱਚ ਸਭ ਤੋਂ ਅੱਗੇ ਹੁੰਦੇ ਹਨ। ਉਹ ਸਵਰਗ ਦੇ ਵਿਰੁੱਧ ਬੋਲਦੇ ਹਨ ਅਤੇ ਧਰਤੀ ਤੇ ਉਹਨਾਂ ਦੀ ਜੀਭ ਖੂਬ ਚੱਲਦੀ ਹੈ। ਇੱਥੋਂ ਤੱਕ ਕਿ ਪ੍ਰਭੂ ਦੇ ਲੋਕ ਵੀ ਉਹਨਾਂ ਦੀ ਵਡਿਆਈ ਕਰਦੇ ਤੇ ਉਹਨਾਂ ਦੇ ਸ਼ਬਦਾਂ ਤੋਂ ਮਜ਼ਾ ਲੈਂਦੇ ਹਨ। ਉਹ ਕਹਿੰਦੇ ਹਨ, ਪਰਮੇਸ਼ਰ ਕਿਸ ਤਰ੍ਹਾਂ ਜਾਣ ਸਕਦਾ ਹੈ ਕਿ ਪਰਮ ਪ੍ਰਧਾਨ ਕੁਝ ਜਾਣਦਾ ਹੈ। ਸੋ ਇਸ ਤਰ੍ਹਾਂ ਦੇ ਦੁਸ਼ਟ ਹੁੰਦੇ ਹਨ ਜੋ ਹਮੇਸ਼ਾ ਮਜ਼ੇ ਨਾਲ ਧਨ ਇਕੱਠਾ ਕਰਦੇ ਜਾਂਦੇ ਹਨ। ਕਿ ਮੈਂ ਵਿਅਰਥ ਹੀ ਆਪਣੇ ਮਨ ਨੂੰ ਸ਼ੁੱਧ ਕੀਤਾ ਤੇ ਦੋਸਤਾਂ ਨਾਲ ਆਪਣੇ ਹੱਥ ਧੋਤੇ, ਕਿਉਂਕਿ ਮੈਂ ਸਾਰਾ ਦਿਨ ਪੀੜਾ ਸਹਿੰਦਾ ਹਾਂ ਤੇ ਹਰ ਸਵੇਰ ਤਾੜਨਾ ਖਾਂਦਾ ਹਾਂ। ਜੇਕਰ ਮੈਂ ਇਸ ਤਰ੍ਹਾਂ ਕਿਹਾ ਹੁੰਦਾ, ਮੈਂ ਇਸ ਤਰ੍ਹਾਂ ਬੋਲਾਂਗਾ, ਤਾਂ ਮੈਂ ਤੇਰੇ ਲੋਕਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸੰਬੰਧੀ ਵਿਸ਼ਵਾਸਘਾਤੀ ਠਹਿਰਦਾ। ਜਦੋਂ ਮੈਂ ਇਸ ਭੇਦ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇਹ ਮੈਨੂੰ ਅਤ ਕਠਨ ਲੱਗਾ। ਪਰ ਜਦੋਂ ਮੈਂ ਪਰਮੇਸ਼ਰ ਦੇ ਪਵਿੱਤਰ ਥਾਂ ਤੇ ਗਿਆ ਤਾਂ ਮੈਨੂੰ ਦੁਸ਼ਟਾਂ ਦੇ ਅੰਤ ਦੀ ਸਮਝ ਆਈ। ਸੱਚਮੁੱਚ ਤੂੰ ਉਹਨਾਂ ਨੂੰ ਤਿਲਕਣ ਵਾਲੀਆਂ ਥਾਵਾਂ ਤੇ ਰੱਖਿਆ ਅਤੇ ਤੂੰ ਉਹਨਾਂ ਨੂੰ ਨਾਸ਼ ਹੋਣ ਦਿੱਤਾ। ਉਹ ਪਲ ਭਰ ਵਿੱਚ ਨਾਸ਼ ਹੋ ਗਏ ਅਤੇ ਭੈ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਜਕੜ ਲਿਆ। ਉਹ ਸੁਪਨੇ ਦੇ ਵਾਂਗ ਹਨ ਜੋ ਸਵੇਰ ਹੋਣ ਤੇ ਭੁੱਲ ਜਾਂਦਾ ਹੈ, ਕਿਉਂਕਿ ਤੂੰ ਵੀ ਜਾਗਣ ਤੇ ਉਹਨਾਂ ਨੂੰ ਭੁੱਲ ਜਾਂਦਾ ਹੈ। ਜਦੋਂ ਮੇਰਾ ਮਨ ਕੌੜਾ ਹੋ ਗਿਆ ਤੇ ਮੇਰੇ ਦਿਲ ਵਿੱਚ ਪੀੜ ਉੱਠੀ, ਮੈਂ ਮੂਰਖ ਅਤੇ ਨਾ ਸਮਝ ਸਾਂ, ਤੇਰੇ ਸਾਹਮਣੇ ਪਸ਼ੂ ਜਿਹਾ ਸਾਂ, ਪਰ ਫਿਰ ਵੀ ਮੈਂ ਹਰ ਸਮੇਂ ਤੇਰੇ ਕੋਲ ਹੀ ਰਿਹਾ। ਤੂੰ ਮੇਰਾ ਹੱਥ ਚੰਮੀ ਰੱਖਿਆ। ਤੂੰ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰੇਗਾ ਅਤੇ ਅੰਤ ਵਿੱਚ ਮੈਨੂੰ ਆਦਰ ਨਾਲ ਸਵੀਕਾਰ ਕਰੇਗਾ। ਸਵਰਗ ਵਿੱਚ ਤੇਰੇ ਸਿਵਾ ਮੇਰਾ ਹੋਰ ਕੀ ਹੈ ਅਤੇ ਧਰਤੀ ਤੇ ਤੇਰੇ ਸਿਵਾ ਮੇਰਾ ਕੋਈ ਨਹੀਂ ਹੈ। ਮੇਰਾ ਸਰੀਰ ਅਤੇ ਦਿਲ ਨਾਸ਼ ਹੋ ਸਕਦਾ ਹੈ, ਪਰ ਪਰਮੇਸ਼ਰ ਹਮੇਸ਼ਾ ਮੇਰੇ ਦਿਲ ਦਾ ਸਹਾਰਾ ਤੇ ਹਿੱਸਾ ਹੈ। ਤੇਰੇ ਤੋਂ ਦੂਰ ਜਾਣ ਵਾਲੇ ਸੱਚਮੁੱਚ ਨਾਸ਼ ਹੋ ਜਾਣਗੇ ਤੇ ਤੇਰੇ ਰਾਹੋਂ ਭਟਕਣ ਵਾਲਿਆਂ ਨੂੰ ਤੂੰ ਨਾਸ਼ ਕਰ ਦੇਵੇਂਗਾ। ਪਰ ਮੇਰੇ ਲਈ ਪਰਮੇਸ਼ਰ ਦੀ ਨੇੜਤਾ ਭਲੀ ਹੈ। ਮੈਂ ਪ੍ਰਭੂ ਪਰਮੇਸ਼ਰ ਨੂੰ ਹੀ ਆਪਣਾ ਆਸਰਾ ਮੰਨਿਆ ਹੈ। ਮੈਂ ਤੇਰੇ ਸਭ ਕੰਮਾਂ ਦਾ ਬਿਆਨ ਕਰਾਂਗਾ। ਆਮੀਨ। ਸੋ ਇਹਨਾਂ ਦੋਨਾਂ ਜ਼ਬੂਰਾਂ ਦੇ ਵਿੱਚ ਇੱਕ ਐਸੀ ਦੁਆ ਆ ਜਿਹੜੀ ਪ੍ਰਭੂ ਦੇ ਅੱਗੇ ਉਸਨੇ ਰੱਖੀ ਹੈ। ਇਸ ਦੇ ਵਿੱਚ ਉਹ ਆਪਣੇ ਮਨ ਦੀ ਹਾਲਤ ਨੂੰ ਖੋਲ ਕੇ ਦੱਸਦਾ ਗਿਆ ਕਿ ਦੁਸ਼ਟ ਕਿੱਦਾਂ ਵਧੇ ਆ, ਕਿੱਦਾਂ ਸੀਰੀਅਨ ਜਿਹੜੇ ਉਹਨਾਂ ਦੀ ਜਿਹੜੀ ਹੈਗੀ ਆ, ਜਿਹੜੇ ਤੋਂ ਤੈਨੂੰ ਮੰਨਦੇ ਵੀ ਨਹੀਂ, ਉਹ ਕਿੱਦਾਂ ਵਧੇ ਆ, ਕਿੱਦਾਂ ਉਹਨਾਂ ਨੂੰ ਕੀ ਕੁਛ ਉਹਨਾਂ ਨੂੰ ਮਿਲਿਆ, ਕਿਸ ਤਰ੍ਹਾਂ ਉਹ ਧੋਖੇ ਕਰਦੇ ਆ। ਰਾਜੇ ਨੂੰ ਉਸਨੇ ਪੁੱਛਿਆ ਸੀਗਾ ਤੈਨੂੰ ਚਾਹੀਦਾ ਕਿ ਮੈਂ ਤੈਨੂੰ ਪੈਸੇ ਘੱਲ ਦਿੰਦਾ। ਉਹਨੇ ਕਹਾ ਮੈਨੂੰ ਸੋਨਾ ਤੇ ਚਾਂਦੀ ਘੱਲ। ਉਸਨੇ ਮੰਦਿਰ ਤੋਂ ਲਾ ਕੇ ਸੋਨਾ ਹੋਰ ਚਾਂਦੀ ਜਿੰਨੀ ਸੀ ਉਹ ਘੱਲ ਦਿੱਤੀ, ਲੇਕਿਨ ਉਸਨੇ ਫਿਰ ਵੀ ਫੌਜ ਨਹੀਂ ਕੱਢੀ। ਉਸਨੇ ਫੌਜ ਨੂੰ ਟਸ ਤੋਂ ਮਸ ਨਹੀਂ ਕੀਤਾ ਅੰਟਲ ਪ੍ਰਭੂ ਨੇ ਮਾੜਾ ਜਿਹਾ ਹਲਕਾ ਜਿਹਾ ਹੱਥ ਹਿਲਾਇਆ। ਔਰ ਇਹੋ ਹੀ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਕਿ ਇਹ ਦੋਨੋਂ ਜਿਹੜੇ ਜ਼ਬੂਰ ਆ, ਇਹ ਉਹ ਆਪਣੇ ਆਪ ਨੂੰ ਪ੍ਰਭੂ ਦੇ ਨਜ਼ਦੀਕ ਲੈ ਕੇ ਜਾ ਰਹੇ। There is no theophany in these ਜ਼ਬੂਰ। theophany ਹੁੰਦੀ ਹੈ ਕਿ ਜਿਸ ਵੇਲੇ ਜ਼ਬੂਰ ਦੇ ਵਿੱਚ ਪ੍ਰਭੂ ਦੀ ਆਵਾਜ਼ ਆਏ। ਇਹ ਦੁਆਵਾਂ ਜਿਸ ਵੇਲੇ ਜ਼ਬੂਰ ਦੇਖੇ ਚੱਲਦੇ ਤਾਂ ਫਿਰ ਆਵੇ, ਤਦ ਪ੍ਰਭੂ ਨੇ ਮੈਨੂੰ ਕਿਹਾ। ਜਦ ਪ੍ਰਭੂ ਦੇ ਬੋਲ ਹਨ ਔਰ ਉਸ ਤੋਂ ਬਾਅਦ ਜੋ ਲਿਖਿਆ ਹੋਵੇ ਉਸ ਨੂੰ ਥਿਆਫਨੀ ਕਹਿੰਦੇ। ਸੋ ਇਹਨਾਂ ਦੋਨਾਂ ਜ਼ਬੂਰ, ਇਹ ਦੋਨੋਂ ਜ਼ਬੂਰ ਦੁਆ ਦੇ ਜ਼ਬੂਰ, ਜਿਹੜੀ ਦੁਆ ਉੱਥੇ ਕੰਟੀਨਿਊਸਲੀ ਚੱਲਦੀ ਪਈ। ਔਰ ਹੁਣ ਉਸ ਦੇ ਨਾਲ ਅਸੀਂ ਦੇਖਦੇ ਪਏ ਹਾਂ ਯਸਾਇਆ ਨਬੀ ਦੀ ਵੀ ਆਵਾਜ਼ ਉਸ ਨੂੰ ਆਉਂਦੀ। ਯਸਾਇਆ ਨਬੀ ਨੇ ਵੀ ਸੁਨੇਹਾ ਘੱਲ ਦਿੱਤਾ। ਸੋ 704 ਸਾਲ ਮਸੀਹ ਦੇ ਆਉਣ ਤੋਂ ਪਹਿਲਾਂ ਉੱਥੇ ਅਸੀਂ ਪਹੁੰਚ ਚੁੱਕੇ ਹਾਂ। 704 ਸਾਲ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ। 20 ਆਇਤ ਤੋਂ ਲੈ ਕੇ 20 ਆਇਤ ਤੋਂ ਲੈ ਕੇ 34 ਆਇਤ ਤੱਕ। ਯਸਾਇਆ ਨਬੀ
ਦਾ ਰਾਜਾ ਹਿਜਕੀਆ ਲਈ ਸੰਦੇਸ਼। ਤਦ ਜਸਾਇਆ ਨਬੀ ਨੇ ਰਾਜਾ ਹਿਜਕੀਆ ਨੂੰ ਇਹ ਕਹਿ ਕੇ ਘੱਲਿਆ, ਪ੍ਰਭੂ ਇਜ਼ਰਾਈਲ ਦਾ ਪਰਮੇਸ਼ਰ ਇਸ ਤਰ੍ਹਾਂ ਕਹਿੰਦਾ ਹੈ, ਅਸ਼ੂਰੀ ਰਾਜਾ ਸਨਹੇਰੀਬ ਦੇ ਸੰਬੰਧ ਵਿੱਚ ਕੀਤੀ ਤੇਰੀ ਪ੍ਰਾਰਥਨਾ ਮੈਂ ਸੁਣ ਲਈ ਹੈ। ਪ੍ਰਭੂ ਨੇ ਸਨਹੇਰੀਬ ਦੇ ਸੰਬੰਧ ਵਿੱਚ ਇਹ ਬਚਨ ਕਿਹਾ ਹੈ ਕਿ ਹੇ ਸਨਹੇਰੀਬ, ਯਰੂਸ਼ਲਮ ਸ਼ਹਿਰ ਤੇਰੇ ਉੱਤੇ ਹੱਸ ਰਿਹਾ ਹੈ, ਉਹ ਤੈਨੂੰ ਠੱਠੇ ਕਰ ਰਿਹਾ ਹੈ। ਤੂੰ ਜਾਣਦਾ ਹੈ ਕਿ ਤੂੰ ਕਿਸ ਦੇ ਵਿਰੁੱਧ ਵਚਨ ਬੋਲੇ ਹਨ। ਤੂੰ ਮੇਰਾ ਅਰਥਾਤ ਇਜ਼ਰਾਈਲ ਦੇ ਪਵਿੱਤਰ ਪੁਰਖ ਦਾ ਅਪਮਾਨ ਕੀਤਾ ਹੈ। ਤੂੰ ਆਪਣੇ ਸੰਦੇਸ਼ ਵਾਕਾਂ ਦੁਆਰਾ ਮੇਰੇ ਸਾਹਮਣੇ ਹੰਕਾਰ ਕੀਤਾ ਤੇ ਕਿਹਾ, ਮੈਂ ਆਪਣੇ ਬਹੁਤ ਸਾਰੇ ਰੱਥਾਂ ਨਾਲ ਪਹਾੜਾਂ ਦੀਆਂ ਚੋਟੀਆਂ ਉੱਤੇ ਚੜ ਗਿਆ, ਮੈਂ ਲਬਨਾਨ ਦੇ ਅੰਦਰ ਤੱਕ ਚਲਾ ਗਿਆ, ਮੈਂ ਉਸਦੇ ਉੱਚੇ ਤੋਂ ਉੱਚੇ ਦਿਆਰ ਤੇ ਉੱਚੀਆਂ ਟੀਸੀਆਂ ਵਾਲੇ ਸਰੂਆਂ ਨੂੰ ਵੱਢ ਦਿੱਤਾ ਅਤੇ ਮੈਂ ਉਸ ਜੰਗਲ ਦੇ ਅੰਦਰ ਤੱਕ ਚਲਾ ਗਿਆ। ਤੂੰ ਹੰਕਾਰ ਵਿੱਚ ਕਿਹਾ, ਮੈਂ ਪਰਾਏ ਦੇਸ਼ਾਂ ਦੀ ਧਰਤੀ ਉੱਤੇ ਖੂਹ ਪੁੱਟੇ ਤੇ ਪਾਣੀ ਪੀਤਾ, ਮੇਰੀ ਸੈਨਾ ਦੇ ਪੈਰਾਂ ਹੇਠ ਆ ਕੇ ਮਿਸਰ ਦੇ ਦਰਿਆਵਾਂ ਦਾ ਪਾਣੀ ਸੁੱਕ ਗਿਆ, ਪਰ ਤੂੰ ਜਾਣ ਨਾ ਸਕਿਆ ਕਿ ਇਹ ਸਭ ਮੇਰੀ ਯੋਜਨਾ ਅਨੁਸਾਰ ਹੋਇਆ ਹੈ। ਮੈਂ ਬਹੁਤ ਚਿਰ ਪਹਿਲਾਂ ਇਹ ਸਭ ਸੋਚਿਆ ਅਤੇ ਇਹ ਹੁਣ ਪੂਰਾ ਹੋ ਗਿਆ ਹੈ। ਮੈਂ ਤੈਨੂੰ ਬਲ ਦਿੱਤਾ ਕਿ ਤੂੰ ਚਾਰ ਦੀਵਾਰੀ ਵਾਲੇ ਸ਼ਹਿਰਾਂ ਨੂੰ ਢਾਹ ਕੇ ਉਹਨਾਂ ਨੂੰ ਮਿੱਟੀ ਦੇ ਢੇਰ ਵਿੱਚ ਬਦਲ ਦੇਵੇਂ। ਉਹਨਾਂ ਦੇ ਸ਼ਹਿਰਾਂ ਦੇ ਨਿਵਾਸੀ ਬਲਹੀਨ ਹੋ ਗਏ, ਉਹ ਘਬਰਾ ਗਏ, ਉਹਨਾਂ ਦੀ ਅਕਲ ਮਾਰੀ ਗਈ, ਉਹ ਖੇਤ ਦੇ ਘਾਹ ਜਾਂ ਝਾੜੀਆਂ ਵਾਂਗ ਅਤੇ ਛੱਤ ਉੱਤੇ ਉੱਗੇ ਘਾਹ ਵਾਂਗ ਹੋ ਗਏ, ਜੋ ਵਧਣ ਤੋਂ ਪਹਿਲਾਂ ਹੀ ਸੁੱਕ ਗਏ। ਮੈਂ ਤੇਰੇ ਬਾਰੇ ਸਭ ਜਾਣਦਾ ਹਾਂ, ਤੂੰ ਕਿੱਥੇ ਜਾਂਦਾ ਹੈ ਜਾਂ ਕਿੱਥੋਂ ਆਉਂਦਾ ਹੈ। ਮੈਂ ਇਹ ਵੀ ਜਾਣਦਾ ਹਾਂ ਕਿ ਤੂੰ ਮੇਰੇ ਵਿਰੁੱਧ ਕਿਸ ਤਰ੍ਹਾਂ ਭੜਕਿਆ ਹੈ। ਕੀ ਤੂੰ ਮੇਰੇ ਵਿਰੁੱਧ ਭੜਕਿਆ ਹੈ ਤੇ ਤੇਰੀ ਹੰਕਾਰ ਭਰੀ ਆਵਾਜ਼ ਮੈਂ ਸੁਣੀ ਹੈ। ਸੋ ਹੁਣ ਮੈਂ ਤੇਰੇ ਨੱਕ ਵਿੱਚ ਨਕੇਲ ਪਾਵਾਂਗਾ ਤੇ ਤੇਰੇ ਮੂੰਹ ਵਿੱਚ ਲਗਾਮ, ਫਿਰ ਮੈਂ ਤੈਨੂੰ ਵਾਪਸ ਉਸੇ ਰਾਹ ਵਾਪਸ ਲੈ ਆ ਜਾਵਾਂਗਾ ਜਿਸ ਰਾਹੇ ਤੂੰ ਆਇਆ ਸੀ। ਤਦ ਜਸਾਇਆ ਨਬੀ ਨੇ ਰਾਜਾ ਹਿਜਕੀਆ ਨੂੰ ਕਿਹਾ, ਤੇਰੇ ਲਈ ਇਸ ਸਭ ਦੇ ਹੋਣ ਲਈ ਇਹ ਨਿਸ਼ਾਨ ਹੋਵੇਗਾ, ਇਸ ਸਾਲ ਅਤੇ ਆਉਣ ਵਾਲੇ ਸਾਲ ਵਿੱਚ ਤੁਸੀਂ ਆਪਣੇ ਆਪ ਉੱਗਣ ਵਾਲਾ ਸਾਗ-ਪਤ ਖਾਵੋਗੇ। ਤੀਜੇ ਸਾਲ ਉਹ ਖਾਵੋਗੇ ਜੋ ਤੁਸੀਂ ਆਪ ਫਸਲ ਤੇ ਅੰਗੂਰੀ ਬਾਗ ਲਾਵੋਗੇ। ਤਦ ਯਹੂਦਾ ਦੇ ਬਚੇ ਹੋਏ ਲੋਕ ਫਿਰ ਜੜ ਪਕੜਨਗੇ ਤੇ ਵਧਣ ਫੁੱਲਣਗੇ। ਯਰੂਸ਼ਲਮ ਵਿੱਚ ਅਤੇ ਸਿਯੋਨ ਪਹਾੜ ਉੱਤੇ ਜ਼ਰੂਰ ਕੁਝ ਲੋਕ ਬਚੇ ਰਹਿਣਗੇ ਅਤੇ ਪ੍ਰਭੂ ਇਹ ਕਰਨ ਦਾ ਫੈਸਲਾ ਕਰ ਚੁੱਕਾ ਹੈ। ਪ੍ਰਭੂ ਨੇ ਸ਼ੂਰੀ ਰਾਜਾ ਦੇ ਬਾਰੇ ਇਸ ਤਰ੍ਹਾਂ ਕਿਹਾ ਹੈ, ਉਹ ਇਸ ਸ਼ਹਿਰ ਦੇ ਅੰਦਰ ਨਹੀਂ ਆਵੇਗਾ ਤੇ ਨਾ ਹੀ ਇਸ ਦੇ ਵਿਰੁੱਧ ਤੀਰ ਤੱਕ ਚਲਾਵੇਗਾ। ਉਸ ਦੀ ਸੈਨਾ ਦੇ ਲੋਕ ਇਸ ਵਿੱਚ ਨਾ ਢਾਲ ਲੈ ਕੇ ਇਸ ਅੰਦਰ ਆਉਣਗੇ ਤੇ ਨਾ ਹੀ ਇਸ ਦੇ ਚਾਰੇ ਪਾਸੇ ਮੋਰਚਾਬੰਦੀ ਕਰਨਗੇ। ਸੋ ਮੇਰਾ ਬਚਨ ਹੈ ਕਿ ਉਹ ਇਸ ਸ਼ਹਿਰ ਦੇ ਅੰਦਰ ਨਹੀਂ ਆਵੇਗਾ, ਸਗੋਂ ਜਿਸ ਰਾਹੇ ਆਇਆ ਹੈ ਉਸੇ ਰਾਹੇ ਵਾਪਸ ਵੀ ਚਲਾ ਜਾਏਗਾ। ਮੈਂ ਇਸ ਸ਼ਹਿਰ ਦੀ ਰੱਖਿਆ ਆਪਣੇ ਲਈ ਤੇ ਆਪਣੇ ਦਾਸ ਦਾਊਦ ਦੇ ਕਾਰਨ ਕਰਾਂਗਾ। ਤਾਂ ਉਸ ਰਾਤ ਇੱਥੇ ਤੱਕ ਕੀਤਾ। ਸੋ ਹੁਣ ਯਸਾਇਆ ਨਬੀ ਦਾ ਐਗਜ਼ੈਕਟ ਪ੍ਰਭੂ ਦਾ ਸ਼ਬਦ ਉਸ ਨੂੰ। Now this is theophany, ਜਿੱਥੇ ਪ੍ਰਭੂ ਬੋਲਦਾ, ਜਿੱਥੇ ਪ੍ਰਭੂ ਆਪ ਬੋਲਦਾ। ਸੋ ਜਿਸ ਲਈ ਅਸੀਂ ਕਹਿੰਦੇ ਹਾਂ ਕਿ 20ਵੀਂ ਆਇਤ ਦੇ ਵਿੱਚ ਲਿਖਿਆ, ਤਦ ਯਸਾਇਆ ਨਬੀ ਨੇ ਰਾਜਾ ਹਿਜ਼ਕੀਆ ਨੂੰ ਇਹ ਕਹਿ ਕੇ ਘੱਲਿਆ, ਪ੍ਰਭੂ ਇਜ਼ਰਾਇਲ ਦਾ ਪਰਮੇਸ਼ਵਰ ਇਸ ਤਰ੍ਹਾਂ ਕਹਿੰਦਾ ਹੈ। ਇਹ ਡਾਇਰੈਕਟ ਪ੍ਰਭੂ ਦੇ ਸ਼ਬਦ। ਸੋ ਇਹ ਨਹੀਂ ਹੈਗਾ ਕਿ ਅਸੀਂ ਇੱਥੋਂ ਪ੍ਰਭੂ ਵੱਲੋਂ ਦੇਖ ਕੇ ਬੋਲੀ ਜਾਂਦੇ। ਸਾਡਾ ਪ੍ਰਭੂ ਸਾਡੇ ਨਾਲ ਬੋਲਦਾ ਔਰ ਸਾਡੀ ਹਾਲਤ ਔਰ ਹਾਲਾਤ ਦੇ ਅਨੁਸਾਰ ਬੋਲਦਾ। ਅਸੀਂ ਜਿਸ ਜਗ੍ਹਾ ਖੜੇ ਹੁੰਦੇ ਉਸ ਨੂੰ ਪਤਾ। ਤੇ ਜਿੱਦਾਂ ਮੈਂ ਉਦਾਹਰਨ ਦਿੱਤੀ ਹੈ ਕਿ ਹਬਲ ਜਿਹੜੀ ਟੈਲੀਸਕੋਪ ਸੀ, ਤੁਹਾਨੂੰ ਉਹਦੀ ਉਦਾਹਰਨ ਦਿੱਤੀ, ਜਿਸ ਵਿੱਚ ਉਸਨੇ ਪਿੱਛੇ ਮੁੜ ਕੇ ਦੇਖਿਆ ਤੇ ਧਰਤੀ ਇੱਕ ਡਾਟ ਸੀ ਨਿੱਕਾ ਜਿਹਾ, ਔਰ ਇਹ ਸਾਰੀ ਧਰਤੀ ਨੂੰ ਅਗਰ ਦੇਖ ਲਿਆ ਜਾਵੇ ਤਾਂ ਮੈਂ ਇਸ ਧਰਤੀ ਦੇ ਉੱਤੇ ਇੱਕ ਡਾਟ। ਲੇਕਿਨ ਉਹ ਪ੍ਰਭੂ ਪਰਮੇਸ਼ਵਰ ਜਿਸ ਦੇ ਵਿੱਚ ਸਾਰੀਆਂ ਗੈਲੈਕਸੀਆਂ ਸਮਾਈਆਂ ਨੇ, ਉਹ ਆਪਣੇ ਆਪ ਨੂੰ ਇੰਨਾ ਛੋਟਾ ਕਰਕੇ ਆਇਆ ਮੇਰੇ ਲਈ, ਔਰ ਉਸਨੇ ਮੇਰੇ ਲਈ ਜਾਨ ਦਿੱਤੀ। ਇਹ ਹੈ ਉਸਦਾ ਪਿਆਰ, ਇਹ ਹੈ ਉਸਦਾ ਪਿਆਰ। ਤੇ ਉਸਨੂੰ ਇੰਨਾ ਪਿਆਰ ਆ ਇਸ ਕੌਮ ਦੇ ਨਾਲ। ਔਰ ਜਦ ਕੋਈ ਮੁੜ ਜਾਂਦਾ ਪ੍ਰਭੂ
ਹੈਜ਼ਕਾਇਆ ਮੁੜ ਗਿਆ ਪ੍ਰਭੂ ਦੇ। ਹੈਜ਼ਕਾਇਆ ਸਿੱਖ ਗਿਆ। ਹੈਜ਼ਕਾਇਆ ਨੇ ਨੂੰ ਆਪਣੀਆਂ ਆਪਣੇ ਗਲਤ ਕੰਮਾਂ ਤੋਂ ਨਹੀਂ ਸਿੱਖਿਆ, ਉਹ ਦੂਜਿਆਂ ਦੇ ਗਲਤ ਕੰਮਾਂ ਤੋਂ ਸਿੱਖਿਆ। ਸੋ ਜਿੱਦਾਂ ਹੀ ਉਹਦੇ ਹੱਥ ਦੇ ਵਿੱਚ ਰਾਜ ਆਇਆ, ਜਿੱਦਾਂ ਹੀ ਉਹ ਗੱਦੀ ਤੇ ਬੈਠਾ, ਉਸਨੇ ਦੇਸ਼ ਦੇ ਵਿੱਚ ਸਫਾਈ ਕਰਤੀ। ਉਸਨੇ ਸਫਾਈ ਕਰਤੀ और प्रभु ने उसमें बरकत देना भर ਦਿੱਤਾ। और प्रभु ने एक ऐसी बरकत उन्हें देनी है कि उसने एडे बड़े राज ਨੂੰ, एडी बड़ी एम्पायर, असीरियन एम्पायर ਨੂੰ उसने एक दिन ਚ ਹਿਲਾ ਕੇ ਰੱਖ ਦਿੱਤਾ। ਸੋ ਇਹ ਸੁਨੇਹਾ ਆਇਆ ਅਸੂਰੀ ਨੂੰ, ਦੱਸਿਆ ਕਿ ਤੈਨੂੰ ਮੈਂ ਉਠਾਇਆ ਵੀ ਮੈਂ ਹੀ ਸੀਗਾ। ਜਦੋਂ ਜੋਨਾ ਨਬੀ ਗਿਆ, ਅਸੂਰ ਦੇ ਵਿੱਚ ਗਿਆ, ਨਿਨਵਾ ਦੇ ਵਿੱਚ ਜਾ ਕੇ ਉਹਨੇ ਪ੍ਰਭੂ ਦਾ ਪ੍ਰਚਾਰ ਕੀਤਾ ਔਰ ਨਿਨਵਾ ਦੇ ਲੋਕ, ਉਹਨਾਂ ਦਾ ਜਿਹੜੇ ਰਾਜੇ ਸੀਗੇ, ਉਹ ਪ੍ਰਭੂ ਦੇ ਅੱਗੇ ਝੁਕ ਗਏ ਔਰ ਉਹਨਾਂ ਨੇ ਤੱਪੜ ਪਾ ਲਏ। ਉਹਨਾਂ ਨੇ ਆਪ ਵੀ ਵਰਤ ਰੱਖੇ, ਉਹਨਾਂ ਨੇ ਜਾਨਵਰਾਂ ਨੂੰ ਵੀ ਵਰਤ ਰਖਾਇਆ ਔਰ ਉਹ ਸਭ ਪ੍ਰਭੂ ਦੇ ਅੱਗੇ ਲੇਟ ਗਏ। ਸਭ ਪ੍ਰਭੂ ਦੇ ਅੱਗੇ ਲੇਟ ਗਏ। ਔਰ ਜਿਸਲੇ ਉਹ ਪ੍ਰਭੂ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਤਾਂ ਪ੍ਰਭੂ ਨੇ ਉਹਨਾਂ ਨੂੰ ਮਾਫ ਨਹੀਂ ਕਰ ਦਿੱਤਾ, ਪ੍ਰਭੂ ਨੇ ਉਹਨਾਂ ਨੂੰ ਅੱਗੇ ਵਧਾਇਆ, ਬਰਕਤ ਦਿੱਤੀ। ਉਹ ਜਿਸਲੇ ਮਾਫ ਕਰ ਦਿੱਤਾ ਫਿਰ ਸਲੇਟ ਕਲੀਨ ਹੋ ਗਈ, ਕਿਉਂਕਿ ਉਹ ਚੇਤੇ ਨਹੀਂ ਕਰਦਾ। ਉਹ ਜਿਹੜੇ ਆ ਉਹ ਸਮੁੰਦਰ ਦੀਆਂ ਤਹਿਾਂ ਦੇ ਵਿੱਚ ਦੱਬੇ ਹੋ। ਔਰ ਫਿਰ ਉਸਨੇ ਉਹਨਾਂ ਨੂੰ ਬਰਕਤ ਦੇਣੀ ਸ਼ੁਰੂ ਕੀਤੀ। ਇਸੇ ਕਰਕੇ ਉਹ ਕਹਿੰਦਾ ਤੁਹਾਡੇ ਪ੍ਰਭੂ ਨੇ ਸਾਨੂੰ ਘੱਲੇ, ਤੁਹਾਡੇ ਪ੍ਰਭੂ ਨੇ ਸਾਨੂੰ ਬਰਕਤ ਦਿੱਤੀ, ਤੁਹਾਡਾ ਹੀ ਨਬੀ ਸਾਡੇ ਕੋਲ ਗਿਆ ਸੀ। ਸੋ ਉਸ ਵੇਲੇ ਤੱਕ ਉਹ ਪ੍ਰਭੂ ਨੂੰ ਬਰਕਤ ਦੇ ਰਹੀ। ਪਰ ਜਿਸ ਵੇਲੇ ਉਹ ਇਹ ਕਹਿ ਰਿਹਾ ਨਾ, ਜਿਸ ਵੇਲੇ ਉਸਨੇ ਇਹ ਕਿਹਾ ਕਿ ਮੈਂ ਜਿੱਥੇ ਜਿੱਥੇ ਗਿਆ ਉਹਨਾਂ ਦੇ ਜਿਹੜੇ ਦੇਵਤੇ ਆ ਉਹਨਾਂ ਨੂੰ ਬਚਾ ਨਹੀਂ ਸਕੇ, ਕੀ ਤੁਹਾਡਾ ਦੇਵਤਾ ਤੁਹਾਨੂੰ ਬਚਾ ਲੈ? ਇੱਥੇ ਪ੍ਰੋਬਲਮ ਹੋ ਗਈ। ਹੁਣ ਪ੍ਰੋਬਲਮ, ਹੁਣ ਪ੍ਰਭੂ ਦੋਨਾਂ ਪਾਸਿਆਂ ਨੂੰ ਤਾਂ ਜੰਗ ਦੇ ਵਿੱਚ ਜਿੱਤ ਦੇ ਨਹੀਂ ਸਕਦਾ, ਇੱਕ ਨੂੰ ਉਸਨੂੰ ਚੁਣਨਾ ਪੈਣਾ। ਔਰ ਇੱਥੇ ਪ੍ਰਭੂ ਨੇ ਕਿਉਂ ਚੁਣਿਆ, ਇਹ ਮੇਰਾ ਕੁਐਸਚਨ। ਇਹਦਾ ਆਨਸਰ ਦੇ ਸਕਦਾ ਇਹਦੇ ਵਿੱਚ ਹੀ, ਆਨਸਰ ਇਹਦੇ ਵਿੱਚ ਹੀ ਆ। ਜਿਹੜਾ ਹਿੱਸਾ ਅਸੀਂ ਪੜ੍ਹ ਕੇ ਹਟੇ ਆ 20 ਤੋਂ ਲੈ ਕੇ 34 ਤਾਈਂ, ਇਹਦੇ ਵਿੱਚ ਹੀ ਆਨਸਰ ਆ ਗਿਆ ਸੀ। ਪ੍ਰਭੂ ਨੇ ਹੈਜ਼ਕਾਇਆ ਨੂੰ ਤੇ ਯਹੂਦਾ ਨੂੰ ਕਿਉਂ ਬਚਾਇਆ, ਕਿਹਦੀ ਖਾਤਰ ਬਚਾਇਆ? ਕੀ ਹੈ ਉੱਥੇ ਮੇਨ ਚੀਜ਼? ਤੁਹਾਡੀ ਆਵਾਜ਼ ਨਹੀਂ ਆਉਂਦੀ ਪਈ ਡੈਡ, ਆਵਾਜ਼ ਨਹੀਂ ਆਉਂਦੀ। दाऊद की खातिर बचाया। ये आमीन। कि दाऊद उसने क्या सका कि तेरे हमेशा एक तेरे घराने दे विचों गद्दी ते बैठेगा। हमेशा का मतलब हमेशा। और इसे करके प्रभु ने उसनु एक संदेश कर लिया कि मेरा वचन है कि वो अंदर भी नहीं आवेगा, एक ढाल भी नहीं लैके आवेगा। मेरा वचन है कि एक किसी कंध नूं हथ नहीं हो लाएगा, ये मेरा वचन है। और ये सब कुछ मैं अपने इस शहर की रखा मैं अपने लिए और अपने दास दाऊद के लिए करांगा, क्योंकि दाऊद नूं वादा दिता है, क्योंकि दाऊद दी लाइन दे विचों यसु मसीह ने आना। सो इस करके वो कहंदा कि ये मैं अपने लिए
क्योंकि दाऊद दी लाइन च उसने आप आना है और दाऊद दा पुत्र कहना। दाऊद दी लाइन च उसने आप आना। ये मैं अपने लिए और अपने दास दाऊद दी खातर भी कर, ये मैं करूंगा। सो हुण असी ये देखते पे हैं कि प्रभु ने केड़ा बड़ा काम करना और जिहड़ा काम इन्ना कुछ असी पढ़िया, इन्ने चैप्टर पढ़े आ, इहदे विच साम भी सीगे, इहदे विच आलमोस्ट 26 चैप्टर हैगे आ आइज़ाया दे जिहड़े असी नहीं पढ़े। इन्ना कुछ हुंदा रहा और जिसले प्रभु ने काम किया उस दियां जी सिर्फ हैगियां रब तुहाडा भला करे सिर्फ 3 आयत, सिर्फ 3 आयत। कोई जाना जी 35 तो लैके 37 तक पढ़ दे। ਤਾਂ ਉਸ ਰਾਤ ਪ੍ਰਭੂ ਦਾ ਸਵਾਗਦੂਤ ਸ਼ੂਰੀ ਸੈਨਾ ਦੇ ਵਿੱਚ ਗਿਆ ਅਤੇ ਉਸਨੇ 1,85,000 ਸ਼ੂਰੀ ਆਦਮੀ ਮਾਰ ਦਿੱਤੇ। ਅਗਲੀ ਸਵੇਰ ਜਦੋਂ ਲੋਕਾਂ ਨੇ ਦੇਖਿਆ ਤਾਂ ਉਹ ਸਭ ਮਰ ਚੁੱਕੇ ਸਨ। ਸੋ ਇਸ ਦੇ ਪਿੱਛੋਂ ਅਸੂਰੀ ਰਾਜਾ ਸਨਹਰੀਬ ਨੂੰ ਮੁੜ ਗਿਆ ਅਤੇ ਜਾ ਕੇ ਨੀਨਵਾ ਵਿੱਚ ਰਹਿਣ ਲੱਗਾ। ਉੱਥੇ ਇੱਕ ਦਿਨ ਜਦੋਂ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ ਤਾਂ ਉਸ ਦੇ 2 ਪੁੱਤਰਾਂ ਅਦਰਮਲਕ ਅਤੇ ਸ਼ਰਸਰ ਨੇ ਆ ਕੇ ਉਸ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ ਅਤੇ ਉਹ ਉੱਥੋਂ ਰਾਤ ਦੇ ਇਲਾਕੇ ਵੱਲ ਫਰਾਰ ਹੋ ਗਏ। ਤਦ ਸਨਹਰੀਬ ਦੀ ਥਾਂ ਉਸ ਦਾ ਪੁੱਤਰ ਏਸਰ ਹਦੋਨ ਰਾਜ ਕਰਨ ਲੱਗਾ। ये बड़ा इंटरेस्टिंग हिस्सा है क्योंकि इत्थे असी स्वर्ग नूं धरती ते उतरदा देखदे, इत्थे असी स्वर्ग दी डायरैक्ट इंटरवेंशन देखदे। प्रभु ने उसनूं कहा कि तैनूं फिक्र करन दी लोड़ नहीं, ये काम क्योंकि उसनूं मैं ये बरकत दित्ती सी कि उसने 4 दीवारी वाले नगर ढा दिते, इन्नी फौज लैके आया कि उहदे जिहड़े घोड़े सीगे वो जिसले दरियावां चों लंघे तो उन्होंने यानी कि जिसले घोड़ियां ने पानी पीता सारा कुछ होया ते फौज ने पानी पीता, दरिया जिहड़े सीगे वो सुका दिते। मिस्र दी जाके इट दे नाल इट खड़काती, जिहड़ा उत्थे दा फैरो अपने आप नूं बहुत समझदा सी और अपर एंड लोअर दोनों ही इजिप्ट दे जिहड़े दोनां ते उसदा राज सी, ओहदी इट नाल इट तू खड़काती। पर तू हुण मेरे नाल मत्था लाउणा, हुण जंग जिहड़ी हैगी आ वो तेरे विच ते यहूदा विच नहीं, हुण जिहड़ी जंग आ वो मेरे विच ते तेरे विच। ठीक, सो असी की प्रभु की आवाज दे विच इस देखते पे हैं कि की तू मेरे विरुद्ध भड़किया है अते तेरी हंकार भरी आवाज मैं सुनी है। सो हुण मैं तेरे नक विच नकेल पावांगा अते तेरे मुंह दे विच लगाम ते फिर तैनूं वापस उसे राह लै जावांगा जिस राहें तू जिस राहे तू आया है। और फिर असी ये देखते हैं कि वो वापस उसे ही निनवा चला गया जिथों बरकत शुरू हुई सी, उससे ही निनवा चला जिथे एक दिन उन्हां नूं उहदे पुरखियां नूं बरकत मिली सी। और प्रभु ने एक फरिश्ता कलिया, एक फरिश्ता कलिया और उस एक फरिश्ते ने एक रात दे विच 1,85,000 जिहड़े फौजी आ उन्हां दे अफसर आ वो मार दिते। 1,85,000
ਔਰ ਉਹਨਾਂ ਨੂੰ ਸਭ ਕੁਝ, ਰਾਜੇ ਨੇ ਜਿਸਲੇ ਸਵੇਰੇ ਉੱਠ ਕੇ ਦੇਖਿਆ ਕਿ ਉਸਦੇ ਫੌਜੀ ਮਰੇ ਪਏ ਆ, ਤਾਂ ਉਸ ਨੂੰ ਸਭ ਕੁਝ ਛੱਡ ਕੇ ਜਾਂ ਆਪਣੇ ਰੱਥ ਤੇ ਦੌੜਨਾ ਪਿਆ ਜਾਂ ਘੋੜੇ ਤੇ ਦੌੜਨਾ ਪਿਆ। ਜਿਸ ਤਰੀਕੇ ਦੇ ਨਾਲ ਉਹਨੂੰ ਵਾਪਸ ਦੌੜਨਾ ਪਿਆ, ਉਸ ਨੂੰ ਵਾਪਸ ਦੌੜਨਾ ਪਿਆ। ਹੁਣ ਦੇਖੋ, ਜੋ ਕੁਝ ਉਹ ਲੈ ਕੇ ਆਇਆ ਸੀਗਾ ਤੇ ਉਹ ਸਾਰਾ ਕੁਝ ਉੱਥੇ ਹੀ ਸੀਗਾ। ਉਹ ਸਾਰਾ ਕੁਝ ਰਾਜਾ ਹੈਜ਼ਕਾਇਆ ਨੂੰ ਮਿਲ ਗਿਆ, ਉਸਦੀ ਫੌਜ ਨੂੰ ਮਿਲ ਗਿਆ। ਉਸਨੇ ਉਹ ਤਾਂ ਜਿਉਂ ਦੌੜਾ, ਉਸਨੇ ਕਿਹਾ ਜਿਸ ਰਾਹੇ ਤੂੰ ਆਇਆ ਉਸ ਰਾਹੇ ਮੈਂ ਤੈਨੂੰ ਵਾਪਸ ਲੈ ਕੇ ਜਾਊਂਗਾ। ਸੋ ਉਹ ਜਿਸ ਰਾਹੇ ਆਇਆ ਸੀ ਉਸੇ ਰਾਹੇ ਵਾਪਸ, ਨਿਨਵਾ ਤੋਂ ਆਇਆ ਸੀ, ਨਿਨਵਾ ਵਾਪਸ ਪਹੁੰਚ ਗਿਆ। ਔਰ ਉਹਦੇ ਪੁੱਤਰਾਂ ਨੇ, ਦੋਵਾਂ ਨੇ ਇਸ ਕਰਕੇ ਨਹੀਂ ਉਹਨੂੰ ਮਾਰਿਆ ਕਿ ਉਹ ਰਾਜ ਚਾਹੁੰਦੇ ਸੀ, ਕਿਉਂਕਿ ਉਹ ਸ਼ਰਮਸਾਰ ਸੀ। ਉਹਨਾਂ ਦੇ ਸਿਰ ਸ਼ਰਮਿੰਦਗੀ ਦੇ ਨਾਲ ਉਹਨਾਂ ਨੇ ਰਾਜੇ ਬਣਨਾ ਸੀ, ਔਰ ਉਹਨਾਂ ਨੂੰ ਸਾਰੀ ਉਮਰ ਇਹ ਚੀਜ਼ ਸੁਣਨੀ ਪੈਣੀ ਸੀ ਕਿ ਇੱਕ ਛੋਟੇ ਜਿਹੇ ਰਾਜ ਨੇ ਤੁਹਾਡੀ ਬੈਂਡ ਵਜਾ ਕੇ ਰੱਖ ਦਿੱਤੀ। ਉਹ ਇੰਨੇ ਸ਼ਰਮਸਾਰ ਸੀ ਆਪਣੇ ਬਾਪ ਤੋਂ ਕਿ ਜਿਹੜਾ ਜ਼ਬੂਰਾਂ ਦੇ ਵਿੱਚ ਉਸਨੇ ਕਿਹਾ ਨਾ ਕਿ ਸਾਡੇ ਸਿਰ ਸ਼ਰਮ ਦੇ ਨਾਲ ਝੁਕੇ ਪਏ। ਤਾਂ ਪ੍ਰਭੂ ਨੇ ਜਿਹੜਾ ਉਹਦੇ ਮੋਹਰੇ ਝੁਕਦਾ ਉਸਨੂੰ ਉਠਾਲ ਕੇ ਉਹ ਖੜਾ ਕਰ ਦਿੱਤਾ। ਜਿਹੜਾ ਉਹਦੇ ਮੋਹਰੇ ਝੁਕਦਾ, ਜਿਹੜਾ ਉਸਨੂੰ ਆਵਾਜ਼ ਦਿੰਦਾ, ਉਹ ਉਸਦੀ ਸੁਣਦਾ। ਜਿਹੜਾ ਉਸਤੇ ਉੱਤੇ ਭਰੋਸਾ ਰੱਖਦਾ, ਉਸਦੇ ਭਰੋਸੇ ਨੂੰ ਪੂਰਾ ਕਰਦਾ। ਉਸਦਾ ਭਰੋਸਾ ਪ੍ਰਭੂ ਤੇ। ਉਸਨੇ ਕਿਹਾ ਇਹੋ ਹੀ ਚੀਜ਼ ਹੁੰਦੀ ਹੈ ਜਿਸ ਲਈ ਹੁਣ ਇੱਕ ਪਾਸਵਾਨ ਦਾ ਔਰ ਕੰਗਰੀਗੇਸ਼ਨ ਦਾ, ਪ੍ਰਭੂ ਦੇ ਲੋਕਾਂ ਦਾ ਕੀ ਰਿਸ਼ਤਾ ਹੁੰਦਾ। ਪਾਸਵਾਨ ਦਾ ਇੱਕੋ ਹੀ ਹੁੰਦਾ। ਉਹ ਮੁਸੀਬਤ ਸਾਡੀ ਲੈ ਤਾਂ ਨਹੀਂ ਸਕਦਾ, ਲੇਕਿਨ ਸਾਡਾ ਧਿਆਨ ਉਸਦੇ ਉੱਤੇ ਲਾ ਸਕਦਾ ਜਿਹੜਾ ਮੁਸੀਬਤ ਨੂੰ ਠੀਕ ਕਰ ਸਕਦਾ। ਮੁਸੀਬਤ ਨੂੰ ਠੀਕ ਕਰ ਸਕਦਾ। ਪਾਸਵਾਨ ਦਾ ਇਹ ਕੰਮ ਨਹੀਂ ਹੁੰਦਾ ਕਿ ਉਸਨੇ ਮੁਸੀਬਤਾਂ ਨੂੰ ਠੀਕ ਕਰਨਾ। ਉਸਦਾ ਕੰਮ ਇਹ ਹੁੰਦਾ ਕਿ ਉਹਦਾ ਧਿਆਨ ਉਸ ਪਾਸੇ ਨੂੰ ਲਾਏ ਜਿਹੜਾ ਮੁਸੀਬਤ ਨੂੰ ਠੀਕ ਕਰ ਸਕਦਾ। ਔਰ ਇਹ ਬਹੁਤ ਜ਼ਰੂਰੀ ਹੈ। ਈਸਾਇਆ ਨਬੀ को तलवार ਕੱਢ ਕੇ ਥੋੜੋ ਆ ਗਿਆ ਉੱਥੇ ਮੈਂ ਲੜੂੰਗਾ। ਈਸਾਇਆ ਨਬੀ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠਾ, ਔਰ ਜਿਸ ਲਈ ਅਸੀਂ ਉਹ 26 ਤੋਂ ਲੈ ਕੇ 36 ਤੱਕ ਪੜਾਂਗੇ, ਜਿਹੜੇ ਇੱਥੇ ਹਿੱਸੇ ਆਉਂਦੇ ਈਸਾਇਆ ਨਬੀ ਦੇ, ਉਹਨਾਂ ਹਿੱਸਿਆਂ ਨੂੰ ਪੜਾਂਗੇ। ਉੱਥੋਂ ਸਾਨੂੰ ਪਤਾ ਲੱਗਦਾ ਕਿ ਈਸਾਇਆ ਨਬੀ ਨੇ ਕਿੱਦਾਂ ਆਪਣਾ ਦਿਲ ਪ੍ਰਭੂ ਦੇ ਮੂਹਰੇ ਖੋਲਿਆ, ਕਿੱਦਾਂ ਉਸਨੇ ਕੌਮ ਦੇ ਲਈ ਬਰਕਤ ਮੰਗੀ, ਕਿੱਦਾਂ ਉਸਨੇ ਕੌਮ ਨੂੰ ਲਾਹਨਤਾਂ ਵੀ ਦਿੱਤੀਆਂ, ਆਪਣੇ ਵੱਲੋਂ ਲਾਹਨਤਾਂ ਵੀ ਦਿੱਤੀਆਂ, ਲੇਕਿਨ ਕਿਸ ਤਰ੍ਹਾਂ ਉਸਨੇ ਪ੍ਰਭੂ ਦੇ ਕੋਲ ਜਾ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚੋਂ ਆਪਣੀ ਕੌਮ ਦੇ ਲਈ ਮੰਗਿਆ। ਔਰ ਜਦ ਪ੍ਰਭੂ ਦੀ ਆਵਾਜ਼ ਆਈ ਤਾਂ ਫਿਰ ਉਸਨੇ ਸੁਨੇਹਾ ਕਰ ਲਿਆ, ਔਰ ਉਸ ਸੁਨੇਹੇ ਦੇ ਵਿੱਚ ਪ੍ਰਭੂ ਦਾ ਵਚਨ ਸੀ, ਪ੍ਰਭੂ ਦੀ ਆਵਾਜ਼ ਸੀ, ਜੋ ਪ੍ਰਭੂ ਨੇ ਕਰਨਾ ਤੱਕ ਲਿਆ ਸੀ, ਜੋ ਪ੍ਰਭੂ ਨੇ ਅਸੂਰੀਆਂ ਦੇ ਲਈ ਜਿਹੜੀ ਸਜ਼ਾ ਰੱਖੀ ਸੀ, ਉਹ ਪ੍ਰਭੂ ਨੇ ਉਸ ਨੂੰ ਦੱਸੀ। ਉਹ ਪ੍ਰਭੂ ਦੀ ਆਵਾਜ਼ ਯਸਾਇਆ ਦੇ ਰਾਹੀਂ ਸਾਨੂੰ ਆਈ, ਕੌਮ ਨੂੰ ਆਈ। ਔਰ ਇਸ ਦੇ ਵਿੱਚ ਅਸੀਂ ਦੇਖਦੇ ਪਏ ਹਾਂ, ਇਹਦੇ ਵਿੱਚ ਅਸੀਂ ਕਿੰਨੀਆਂ ਚੀਜ਼ਾਂ ਦੇਖਦੇ ਪਏ। ਇਸ ਦੇ ਵਿੱਚ ਅਸੀਂ ਜੋ ਅਬਰਾਹਮ ਨੂੰ ਵਾਅਦੇ ਦਿੱਤੇ ਹੋ, ਅਸੀਂ ਉਹਨਾਂ ਨੂੰ ਵੀ ਦੇਖਦੇ ਪਏ। ਠੀਕ, ਇਸ ਦੇ ਵਿੱਚ ਮੂਸਾ ਦੇ ਰਾਹੀਂ ਜੋ ਭਵਿੱਖਬਾਣੀਆਂ ਹੋਈਆਂ ਕੌਮ ਦੇ ਲਈ, ਅਸੀਂ ਉਹਨਾਂ ਨੂੰ ਵੀ ਦੇਖਦੇ ਪਏ।
ਕਿਉਂਕਿ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਪ੍ਰਭੂ ਦੇ ਵਾਅਦੇ ਦੇਖਦੇ ਪਏ ਹਾਂ, ਪ੍ਰਭੂ ਦੇ ਨੇਮ ਦੇਖਦੇ ਪਏ ਜਿਹੜੇ ਉਸਨੇ ਬੰਨੇ ਆ, ਔਰ ਅਸੀਂ ਪ੍ਰਭੂ ਦੀਆਂ ਸਜ਼ਾਵਾਂ ਦੇਖਦੇ ਪਏ ਹਾਂ। ਅਸੀਂ ਬਜ਼ੁਰਗਾਂ ਦੀਆਂ ਦਿੱਤੀਆਂ ਹੋਈਆਂ ਦੁਆਵਾਂ ਨੂੰ ਪੂਰਾ ਹੁੰਦਾ ਦੇਖਦੇ ਪਏ ਹਾਂ, ਉਹਨਾਂ ਕਰਸਸ ਨੂੰ ਪੂਰਾ ਹੁੰਦਾ ਦੇਖਦੇ ਪਏ ਹਾਂ, ਜਿਹੜੀਆਂ ਪ੍ਰਭੂ ਦੇ ਵਚਨ ਦੇ ਵਿੱਚ ਹਰੇਕ ਚੀਜ਼ ਨੂੰ ਅਸੀਂ ਪੂਰਾ ਹੁੰਦਾ ਦੇਖਦੇ ਪਏ ਹਾਂ, ਔਰ ਇਸ ਦੇ ਵਿੱਚ ਪ੍ਰਭੂ ਦਾ ਜਿਹੜਾ ਹੱਥ ਆ ਸੀ ਉਸ ਨੂੰ ਵੀ ਦੇਖਦੇ ਪਏ। ਸੋ ਉਸਨੇ ਕਿਹਾ ਕਿ ਜਿਸ ਲਈ ਯਸਾਇਆ ਨਬੀ ਦੇ ਉਹਨਾਂ ਨੂੰ ਪਹਿਲੀ ਵਾਰੀ ਚਿੱਠੀ ਆ, ਪਹਿਲੀ ਵਾਰੀ ਆ ਕੇ ਉਹ ਵੱਧ ਘੱਟ ਬੋਲੇ ਆ, ਤੇ ਯਸਾਇਆ ਨਬੀ ਨੇ ਉਸਨੂੰ ਕਹਿਤਾ ਕਿ ਤੂੰ ਕੁਛ ਨਹੀਂ ਕਹਿਣਾ, ਤੂੰ ਚੁੱਪ ਰਹਿਣਾ। ਸੋ ਹੈਜ਼ਕਾਇਆ ਨੇ ਆਪਣੀ ਕੌਮ ਨੂੰ ਵੀ ਕਹਿਤਾ ਕਿ ਤੁਸੀਂ ਕੁਛ ਨਹੀਂ ਬੋਲਣਾ, ਇਹਨਾਂ ਨੂੰ ਬੋਲ ਲੈ, ਕਿਉਂਕਿ ਅਰਾਮੀ ਭਾਸ਼ਾ ਸਾਰੇ ਨਹੀਂ ਸੀ ਜਾਣਦੇ। ਇਸ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਨਾਲ ਅਰਾਮੀ ਦੇ ਵਿੱਚ ਗੱਲ ਕਰੋ। ਅਰਾਮੀ ਜਿਹੜੀ ਭਾਸ਼ਾ ਸੀ ਥੋੜੇ ਲੋਕ ਜਾਣਦੇ ਸੀਗੇ, ਜਿਹੜੇ ਹਾਈ ਐਂਡ ਤੇ ਜਿਹੜੇ ਡੀਲ ਕਰਦੇ ਸੀ ਇਹਨਾਂ ਦੇ ਨਾਲ, ਵੀ ਤਾਂ ਕਿ ਆਮ ਕੌਮ ਜਿਹੜੀ ਹੈਗੀ ਹੈ ਉਸ ਦੇ ਵਿੱਚ ਡਰ ਭਾਵਨਾ ਨਾ ਆਵੇ। ਲੇਕਿਨ ਉਹਨਾਂ ਨੇ ਜਾਣ ਕੇ ਇਬਰਾਨੀ ਬੋਲੀ ਤਾਂ ਕਿ ਆਮ ਬੰਦਾ ਵੀ ਸੁਣ ਸਕੇ ਕਿ ਅਸੀਂ ਕੀ ਕਹਿੰਦੇ ਹਾਂ। ਔਰ ਫਿਰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਉਸ ਤੋਂ ਬਾਅਦ ਇੱਕ ਪੱਤਰ ਘੱਲਿਆ, ਔਰ ਉਸ ਪੱਤਰ ਦੇ ਵਿੱਚ ਅਸੀਂ ਦੇਖਦੇ ਪਏ ਹਾਂ ਕਿ ਉਹਨਾਂ ਨੇ ਉਹੀ ਚੀਜ਼ਾਂ ਫਿਰ ਤੀਸਰੀ ਜਿਹੜੀ ਚੀਜ਼ ਜਿਹੜੀ ਅਸੀਂ ਦੇਖਦੇ ਪਏ ਹੈਗੇ ਨਾ, ਉਹ ਇਹ ਦੇਖਦੇ ਪਏ ਹਾਂ ਕਿ ਜਿਸਲੇ ਹੈਜ਼ਕਾਇਆ ਨੇ ਉੱਤਰ ਕੋਈ ਨਹੀਂ ਦਿੱਤਾ ਤਾਂ ਫਿਰ ਪ੍ਰਭੂ ਨੇ ਉੱਤਰ ਦਿੱਤਾ। ਇਸ ਵੇਲੇ ਅਸੀਂ ਉੱਤਰ ਦਿੰਨੇ ਆ ਨਾ, ਫਿਰ ਪ੍ਰਭੂ ਉੱਤਰ ਨਹੀਂ ਦਿੰਦਾ। ਕਿਉਂਕਿ ਜੇ ਅਸੀਂ ਵੀ ਉੱਤਰ ਦਈਏ ਤੇ ਪ੍ਰਭੂ ਵੀ ਉੱਤਰ ਦੇਵੇ, ਤਾਂ ਫਿਰ ਕਬਰ ਨਹੀਂ ਖੁੱਲਦੀ। ਪ੍ਰਭੂ ਯਿਸੂ ਮਸੀਹ ਨੇ ਵੀ ਬਹੁਤ ਪ੍ਰਸ਼ਨ ਕੀਤੇ ਗਏ ਸੀ, ਉਹਨਾਂ ਨੇ ਕੋਈ ਉੱਤਰ ਨਹੀਂ ਦਿੱਤਾ। ਔਰ ਉੱਤਰ ਦੇ ਵਿੱਚ ਜਿਸਲੇ ਜਵਾਬ ਮਿਲਿਆ ਤਾਂ ਕਬਰ ਖੁੱਲ ਗਈ, ਕਿਉਂਕਿ ਪ੍ਰਭੂ ਨੇ ਉੱਤਰ ਦਿੱਤਾ। ਔਰ ਇੱਥੇ ਜਿਸਲੇ ਹੈਜ਼ਕਾਇਆ ਨੇ ਉੱਤਰ ਨਹੀਂ ਦਿੱਤਾ, ਉਸਨੇ ਪ੍ਰਭੂ ਦੇ ਬੰਦੇ ਦੀ ਗੱਲ ਸੁਣੀ ਔਰ ਉਹ ਚੁੱਪ ਰਿਹਾ। ਉਹ ਸਿਰਫ ਪ੍ਰਭੂ ਦੇ ਨਾਲ ਉਸਨੇ ਆਪਣਾ ਦਿਲ ਖੋਲਿਆ। ਉਹ ਸਿਰਫ ਇੱਕ ਜ਼ਬੂਰ ਦੇ ਵਿੱਚ ਉਹ ਆਪਣੀ ਹਾਲਤ ਨੂੰ ਲਈ ਰੋ ਰਿਹਾ, ਦੂਜੇ ਜ਼ਬੂਰ ਦੇ ਵਿੱਚ ਉਹ ਕੌਮ ਦੀ ਹਾਲਤ ਲਈ ਰੋ ਰਿਹਾ। ਔਰ ਉਹ ਇਸ ਚੀਜ਼ ਉਹਦਾ ਇੱਕ ਹਿਰਖ ਆ ਪ੍ਰਭੂ ਦੇ ਨਾਲ ਕਿ ਅਸੀਂ ਤੇਰੇ ਲੋਕ ਹਾਂ, ਅਸੀਂ ਤੇਰੇ ਪਿੱਛੇ ਚੱਲਦੇ ਹਾਂ, ਸਾਡੀ ਹਾਲਤ ਦੇਖ। ਔਰ ਇਹ ਜਿਹੜੇ ਤੇਰੇ ਪਿੱਛੇ ਨਹੀਂ ਚੱਲਦੇ, ਜੋ ਤੇਰੇ ਲੋਕ ਨਹੀਂ ਹੈ, ਯਾਨੀ ਕਿ ਯਹੂਦੀਆਂ ਦੇ ਤਾਂ ਇਹੋ ਹੀ ਸੀਗਾ ਨਾ ਕਿ ਅਸੀਂ ਪ੍ਰਭੂ ਦੇ ਲੋਕ ਹਾਂ, ਅਸੀਂ ਅਬਰਾਹਮ ਦੀ ਸੰਤਾਨ ਆ, ਜਿੱਦਾਂ ਕਹਿੰਦੇ ਸੀ ਅਸੀਂ ਪ੍ਰਭੂ ਦੇ ਲੋਕ। ਉਹਨਾਂ ਦੇ ਮਨਾਂ 'ਚ ਤਾਂ ਉਹੀ ਹੈ ਨਾ। ਸੋ ਇੱਥੇ ਜਿਹੜੇ ਉਹ ਉਸ ਮਨ ਦੀ ਭਾਵਨਾ ਦੇ ਨਾਲ ਪ੍ਰਭੂ ਦੇ ਅੱਗੇ ਜਾ ਰਹੇ, ਪ੍ਰਭੂ ਦੇ ਨਾਲ ਉਸਨੇ ਗੱਲ ਕੀਤੀ। ਯਸਾਇਆ ਨਬੀ ਪ੍ਰਭੂ ਦੇ ਕੋਲ ਗਿਆ ਤਾਂ ਫਿਰ ਪ੍ਰਭੂ ਨੇ ਉੱਤਰ ਦਿੱਤਾ। ਔਰ ਜਿਸ ਵੇਲੇ ਪ੍ਰਭੂ ਨੇ ਉੱਤਰ ਦਿੱਤਾ ਤਾਂ ਜਿੱਦਾਂ ਉਸਨੇ ਕਿਹਾ ਸੀ ਕਿ ਮੈਂ ਇਸਦੀ ਨੱਕ ਦੇ ਵਿੱਚ ਨਕੇਲ ਪਾ ਕੇ ਇਹਨੂੰ ਜਿੱਥੋਂ ਲੈ ਕੇ ਆਇਆ ਉੱਥੇ ਲੈ ਕੇ ਜਾਊਂਗਾ ਵਾਪਸ, ਉਹ ਲੈ ਕੇ ਗਿਆ। ਔਰ ਏਦਾਂ ਉਹ ਸਾਡੀਆਂ ਮੁਸੀਬਤਾਂ ਦੂਰ ਕਰਦਾ। ਇਹ ਹੈ ਪ੍ਰਭੂ ਦਾ ਤਰੀਕਾ। ਕਿ ਇੰਨਾ ਕੁਝ ਹੋਣ ਤੋਂ ਬਾਅਦ ਜਿਹੜਾ ਸਾਰਾ ਉਸਨੇ ਕੰਮ ਕੀਤਾ, ਉਹ ਸਿਰਫ ਉਹਦੀਆਂ 3 ਆਇਤਾਂ। ਉਸ ਰਾਤ ਪ੍ਰਭੂ ਦਾ ਫਰਿਸ਼ਤਾ ਆਇਆ ਔਰ ਉਸਨੇ 1,85,000 ਸੋਲਜਰਸ ਉਸਨੇ ਮਾਰ ਦਿੱਤੇ। ਔਰ ਜਿਸ ਵੇਲੇ ਉਸਨੇ 1,85,000 ਜਿਹੜੇ ਸੋਲਜਰ ਸੀਗੇ ਉਹ ਮਾਰ ਦਿੱਤੇ, ਤਾਂ ਜਿਸ ਲਈ ਰਾਜਾ ਨੇ ਸਵੇਰੇ ਉੱਠ ਕੇ ਦੇਖਿਆ
ਤਾਂ ਉਸ ਨੂੰ ਸਿਰਫ ਆਪਣਾ ਰੱਥ ਲੈ ਕੇ ਦੌੜਨਾ ਪਿਆ ਵਾਪਸ। ਔਰ ਜਿਸ ਲਈ ਉਹ ਵਾਪਸ ਗਿਆ ਜੰਗ ਹਾਰ ਕੇ, ਕਿਉਂਕਿ ਹਾਲੇ ਤੱਕ ਉਹਨਾਂ ਨੇ ਜੰਗ ਹਾਰੀ ਨਹੀਂ ਸੀ, ਹਾਲੇ ਤੱਕ ਉਹ ਵੱਧਦੇ ਹੀ ਜਾ ਰਹੇ ਸੀ। ਜਿਸ ਲਈ ਉਹ ਵਾਪਸ ਗਿਆ ਜੰਗ ਹਾਰ ਕੇ, ਤਾਂ ਉਹਦੇ ਆਪਣੇ ਪੁੱਤਰਾਂ ਨੇ ਉਹਨੂੰ ਮਾਰ ਦਿੱਤਾ। ਉਹਦੇ ਆਪਣੇ ਪੁੱਤਰ ਉਹਨੂੰ ਮਾਰ ਕੇ ਆਪ ਫਰਾਰ ਹੋ ਗਏ। ਇੰਨੀ ਸ਼ਰਮਿੰਦਗੀ ਦੀ ਗੱਲ ਸੀ, ਇੰਨੀ ਸ਼ਰਮਿੰਦਗੀ ਦੀ ਗੱਲ ਸੀ। ਤਾਂ ਫਿਰ ਉਸਦਾ ਪੁੱਤਰ ਜਾਣੀ ਕਿ ਜਿਹੜਾ ਨੰਬਰ 3 ਸੀਗਾ ਏਸ਼ੋਨ, ਉਸਦਾ ਪੁੱਤਰ ਇਸ ਹੱਦੋਂ ਉਸਦੀ ਜਗ੍ਹਾ ਤੇ ਰਾਜ ਕਰਨ। ਇਹ ਹੈ ਸਾਡਾ ਪ੍ਰਭੂ, ਇਹ ਹੈ ਸਾਡਾ ਪ੍ਰਭੂ। तो यीशु मसीह ने तद ही पतरस ਨੂੰ ਕਿਹਾ ਸੀ, ਕਹਿੰਦਾ ਮੇਰੇ ਕੋਲ ਤਲਵਾਰ ਆ। ਉਹ ਕਹਿੰਦਾ ਮੇਰੇ ਬਾਪ ਨੇ 12 ਤਮਨ ਦੀ ਫੌਜ ਖੜੀ ਕੀਤੀ ਹੋਈ, ਇੱਕ ਤਮਨ ਦੇ ਵਿੱਚ 2500 ਸੋਲਜਰ ਹੁੰਦੇ, ਸੋ 2500 ਪ੍ਰਭੂ ਦੀ ਘਰ ਦੇ ਵਿੱਚ ਤਾਂ ਪਤਾ ਨਹੀਂ ਕਿੰਨੇ ਹੋਣਗੇ, ਪਰ ਜਿਹੜੀ ਸਾਡੀ ਆਰਮੀ ਆ, ਸਾਡੀ ਜਿਹੜੀ ਦੁਨੀਆ ਦੀ ਜਿਹੜੀ ਸਕੇਲ ਆ, ਉਹ 2500 ਹੁੰਦੀ, 500 ਬਾਈ 500 ਦੀ ਲਾਈਨ ਹੁੰਦੀ ਹੈ। ਔਰ 12 ਆ ਨਾ, ਹੁਣ ਤੁਸੀਂ 12 ਨੂੰ 2500 ਨਾਲ ਗੁਣਾ ਕਰ ਲਓ ਤੇ 25 ਜਿਹੜਾ ਜਵਾਬ ਆਏ ਉਹਨੂੰ 1,85,000 ਦੇਣਾ, ਔਰ ਪਲੱਸ ਆਫਿਸਰ ਜਿਹੜੇ ਉਹਨਾਂ ਦੇ ਉਹ ਪਲੱਸ ਹੁੰਦੇ। ਜੇ ਯਿਸੂ ਦੇ ਇੱਕ ਸ਼ਬਦ ਦਾ ਉਹ ਇੰਤਜ਼ਾਰ ਕਰਦੇ ਪਏ ਸੀ, ਇੱਕ ਵਾਰੀ ਕਹਿ ਦੇ, ਇੱਕ ਵਾਰੀ ਕਹਿ ਦੇ, ਤਾਂ ਕੀ ਬਣਦਾ। ਫਿਰ ਉੱਥੇ ਜਾ ਕੇ ਦੇਖਾਂਗੇ, ਜਿਸ ਲਈ ਅਸੀਂ ਉੱਥੇ ਪਹੁੰਚਾਂਗੇ ਕਿ ਉਸਦਾ ਮਤਲਬ ਕੀ ਹੈ। ਇਹ ਹੈ ਚੀਜ਼। ਔਰ ਉਹ ਫਰਿਸ਼ਤੇ ਸਾਡੀ ਰਾਖੀ ਕਰਦੇ ਹੋਏ, ਉਹ ਫਰਿਸ਼ਤੇ ਸਾਡੀ ਰਾਖੀ ਦੇ ਲਈ ਪ੍ਰਭੂ ਨੇ ਲਾਏ। ਪਲੱਸ ਉਸਦੀ ਨਿਗਾਹਬਾਨੀ, ਬੇਟੇ ਦਾ ਸਾਥ ਤੇ ਪਵਿੱਤਰ ਆਤਮਾ ਦੀ ਭਰਪੂਰੀ। ਇਹ ਹੈ ਤੁਸੀਂ और हमें ये दर्जा प्रभु देकर कल में आओ तो यार प्रभु तेरा बहुत शुक्र करते हैं तेरी दया दे लई, तेरी महानता दे लई, तेरे प्यार दे लई। कौन असी खुदावन कि तू सानू चुने, सानू अपना बनाए। ਅਸੀਂ ਤਾਂ ਰੋਜੀ ਇਸ ਦੇ ਲਈ ਕੁਝ ਕੰਮ ਵੀ ਨਹੀਂ ਕੀਤਾ, ਅਸੀਂ ਤਾਂ ਇੱਟਾਂ ਬੱਟੇ ਪੂਜਣ ਵਾਲੇ ਲੋਕ ਸੀਗੇ, ਪਰ ਫਿਰ ਵੀ ਤੂੰ ਆਪਣੇ ਹੱਥ ਦੇ ਨਾਲ ਸਾਨੂੰ ਕੱਢ ਕੇ ਬਚਾ ਕੇ ਲੈ ਕੇ ਆਇਆ, ਔਰ ਆਪਣੇ ਬੇਟੇ ਦੀ ਜਾਨ ਸਾਡੇ ਲਈ ਦਿੱਤੀ, ਖੂਨ ਬਹਾਇਆ ਗਿਆ, ਜਿਸ ਦੇ ਮਾਰ ਖਾਣ ਦੇ ਨਾਲ ਪ੍ਰਭੂ ਜੀ ਸਾਨੂੰ ਚੰਗਿਆਈ ਮਿਲੀ, ਲਹੂ ਦੇ ਨਾਲ ਸਾਨੂੰ ਸ਼ਿਫਾ ਮਿਲੀ, ਔਰ ਸਲੀਬ ਦੇ ਨਾਲ ਸਾਨੂੰ ਨਵੀਂ ਜ਼ਿੰਦਗੀ ਮਿਲੀ। ਪਿਆਰੇ ਬਾਪ, ਤੇਰਾ ਪਿਆਰ ਕਿੰਨਾ ਡੂੰਘਾ, ਕਿੰਨਾ ਉੱਚਾ, ਕਿੰਨਾ ਵਿਸਥਾਰ ਦੇ ਵਿੱਚ ਆ ਕਿ ਅਸੀਂ ਸਮਝ ਵੀ ਨਹੀਂ ਸਕਦੇ, ਅਸੀਂ ਸੋਚ ਵੀ ਨਹੀਂ ਸਕਦੇ। हिदायत साडे ते बनी रहे खुदावंद, साडे जाने और अनजाने दे विच कीते पाप प्यारे प्रभु तू माफ करता रहे, और अपनी हजूरी साडे तो कदी ना जाए। बुरे और बुराई तो सानू बचा के रखी, अपनी नजदीकी दे विच बना के रखी, मसीह यीशु के मिठे और प्यारे नाम दे विच। ब्लेस यू खुदावंद, तुहानू बरकत दे।
ਤੁਹਾਡੇ ਸਭ ਦੇ ਨਾਲ ਬਣੇ।